सत श्री अकाल जी दा खालस टीवी देखने वाले देश दुनिया के साढ़े सारे दर्शकों का बहुत बहुत स्वागत है। पंजाब दीयां खास खबरां दे खास बुलेटिन दे नाल मैं हरशरण कौर। अज 16 मई है, दिन सोमवार है। खबरां दे खास बुलेटिन दे विच तुहानूं दस्सांगे सारियां वड्डियां ताज़ा ते अहम खबरां। सब तो पहलां पाकिस्तान दे विच जिथे 2 सिख कारोबारियां दा कतल किया गया है उस नाल जुड़ी खबर तुहानूं दस दिंदे हां। इस्लामिक स्टेट ने इस कतल की जिम्मेदारी लई है। ये ताज़ा अपडेट है ਅਤੇ ਭਾਰਤ ਨੇ ਵੀ ਪਾਕਿਸਤਾਨ ਦੇ ਕੋਲ ਆਪਣਾ ਰੋਸ ਦਰਜ ਕਰਵਾ ਦਿੱਤਾ ਹੈ। ਦਰਅਸਲ ਐਤਵਾਰ ਨੂੰ ਪਾਕਿਸਤਾਨ ਦੇ ਉੱਤਰ ਪੱਛਮੀ ਸੂਬੇ ਖੈਬਰ ਪਖਤੂਨਵਾ ਦੇ ਵਿੱਚ ਮੋਟਰਸਾਈਕਲ ਤੇ ਆਏ 2 ਅਣਪਛਾਤੇ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 2 ਸਿੱਖ ਕਾਰੋਬਾਰੀਆਂ ਦਾ ਕਤਲ ਕਰ ਦਿੱਤਾ। ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਗੜਬੜੀ ਵਾਲੇ ਸੂਬੇ ਦੇ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾ ਕੇ ਜਾਨੋਂ ਮਾਰਨ ਦੀ ਇਹ ਤਾਜ਼ਾ ਘਟਨਾ ਹੈ। ਹਾਲਾਂਕਿ ਪਹਿਲਾਂ ਵੀ ਇੱਥੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਮ੍ਰਿਤਕਾਂ ਦੀ ਪਛਾਣ ਕਮਲਜੀਤ ਸਿੰਘ 42 ਸਾਲ ਤੇ ਰਣਜੀਤ ਸਿੰਘ 38 ਸਾਲ ਵਜੋਂ ਹੋਈ ਹੈ। ਪਾਕਿਸਤਾਨ ਦੇ ਵਿੱਚ ਅੱਤਵਾਦ ਦੇ ਟਾਕਰੇ ਲਈ ਬਣੇ ਵਿਭਾਗ ਨੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਐਸਪੀ ਸਦਰ ਅਤੀਕ ਹੁਸੈਨ ਨੇ ਦੱਸਿਆ ਕਿ ਦਹਿਸ਼ਤੀ ਹਮਲਾ ਜਾਪਦਾ ਹੈ। ਹਾਲਾਂਕਿ ਪੁਲਿਸ ਦੋਵੇਂ ਤਰੀਕਿਆਂ ਤੋਂ ਇਸ ਹਮਲੇ ਦੀ ਜਾਂਚ ਕਰ ਰਹੀ ਹੈ ਕਿ ਦਹਿਸ਼ਤੀ ਹਮਲਾ ਵੀ ਹੋ ਸਕਦਾ ਹੈ ਤੇ ਨਸਲੀ ਹਮਲਾ ਵੀ ਹੋ ਸਕਦਾ ਹੈ। ਅਤੀਕ ਹੁਸੈਨ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਨੇ, ਸ਼ੱਕੀਆਂ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਮੁਤਾਬਕ ਬਾਈਕ ਸਵਾਰ 2 ਹਮਲਾਵਰਾਂ ਨੇ ਦੋਵੇਂ ਸਿੱਖਾਂ ਤੇ ਹਮਲਾ ਕੀਤਾ ਤੇ ਉਹਨਾਂ ਦੀ ਥਾਂ ਤੇ ਹੀ ਮੌਤ ਹੋ ਗਈ। ਦੋਵਾਂ ਦੀਆਂ ਪਿਸ਼ਾਵਰ ਤੋਂ ਕਰੀਬ 17 ਕਿਲੋਮੀਟਰ ਸਰਬੰਧ ਦੇ ਬਾਟਾਤਾਲ ਬਾਜ਼ਾਰ ਦੇ ਵਿੱਚ ਕਰਿਆਨੇ ਤੇ ਮਸਾਲਿਆਂ ਦੀਆਂ ਦੁਕਾਨਾਂ ਸਨ। ਐਤਵਾਰ ਰਾਤ ਤੱਕ ਸਿੱਖਾਂ ਦੇ ਕਤਲ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਿੱਖਾਂ ਦੇ ਕਤਲ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਕਿਸਤਾਨ ਨਾਲ ਦੁਸ਼ਮਣੀ ਕਾਰਨ ਅੱਤਵਾਦ ਦੇ ਕਾਰੇ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਦੇਸ਼ ਦੇ ਦੁਸ਼ਮਣਾਂ ਨੂੰ ਖਤਮ ਕਰਨ ਦਾ ਅਹਿਦ ਵੀ ਲਿਆ। ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਪ੍ਰਧਾਨ ਮੰਤਰੀ ਨੇ ਖੈਬਰ ਪਖਤੂਨਵਾ ਸੂਬੇ ਦੇ ਮੁੱਖ ਮੰਤਰੀ ਨੂੰ ਗੈਰ ਮੁਸਲਮਾਨਾਂ ਦੇ ਜਾਨ ਮਾਲ ਦੀ ਰੱਖਿਆ ਕਰਨ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਅੰਦਰੂਨੀ ਮਾਮਲਿਆਂ ਦੇ ਮੰਤਰੀ ਰਾਣਾ ਸਨਾਉੱਲਾ ਨੇ ਹਮਲੇ ਦੀ ਆਲੋਚਨਾ ਕਰਦਿਆਂ ਸੂਬੇ ਦੇ ਮੁੱਖ ਸਕੱਤਰ ਅਤੇ ਆਈਜੀ ਤੋਂ ਰਿਪੋਰਟ ਤਲਬ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਸਿੱਖਾਂ ਦੇ ਕਤਲ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਚਾਰੇ ਪਾਸਿਆਂ ਤੋਂ ਸਿਆਸੀ ਘੇਰਾ ਪੈਣ ਤੋਂ ਬਾਅਦ ਖੈਬਰ ਪਖਤੂਨਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਹਮਲੇ ਦੀ ਨਿਖੇਧੀ ਕਰਦਿਆਂ ਪੁਲਿਸ ਨੂੰ ਹੁਕਮ ਦਿੱਤੇ ਨੇ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਫੌਰੀ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਇਹ ਘਟਨਾ ਸੂਬੇ ਦੇ ਵਿੱਚ ਧਾਰਮਿਕ ਸਦਭਾਵਨਾ ਦੇ ਮਾਹੌਲ ਨੂੰ ਵਿਗਾੜਨ ਦੀ ਸਾਜ਼ਿਸ਼ ਹੈ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦਾ ਵਾਅਦਾ ਕੀਤਾ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਬਿਆਨ ਦਿੱਤਾ ਕਿ ਪਹਿਲੀ ਵਾਰੀ ਨਹੀਂ ਹੈ ਜਦੋਂ ਸਿੱਖ ਭਾਈਚਾਰੇ ਨੂੰ ਖੈਬਰ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਹੋਵੇ। ਉਨ੍ਹਾਂ ਵੀ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਆਲ ਪਾਕਿਸਤਾਨ ਉਲੇਮਾ ਕੌਂਸਲ ਨੇ ਵੀ ਇਹਨਾਂ ਕਤਲਾਂ ਦੀ ਨਿਖੇਧੀ ਕਰਦਿਆਂ ਪਿਸ਼ਾਵਰ ਪ੍ਰਸ਼ਾਸਨ ਨੂੰ ਗੈਰ ਮੁਸਲਿਮ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਨੇ ਪਾਕਿਸਤਾਨ ਤੇ ਖੈਬਰ ਪਖਤੂਨਵਾ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਵਸਦੇ ਸਿੱਖ ਆਪਣੇ ਮੁਲਕ ਨੂੰ ਪਿਆਰ ਕਰਦੇ ਨੇ, ਪਰ ਕੁਝ ਤਾਕਤਾਂ ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਨੂੰ ਤੋੜਨਾ ਚਾਹੁੰਦੀਆਂ ਨੇ। ਸਰਕਾਰ ਇਹਨਾਂ ਤਾਕਤਾਂ ਨੂੰ ਬੇਨਕਾਬ ਕਰੇ, ਸਿੱਖਾਂ ਤੇ ਜ਼ੁਲਮ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ। ਭਾਰਤ ਸਰਕਾਰ ਨੇ ਖੈਬਰ ਪਖਤੂਨਵਾ ਸੂਬੇ ਦੇ ਵਿੱਚ ਵਾਪਰੀ ਇਸ ਦਹਿਸ਼ਤੀ ਘਟਨਾ ਦੀ ਸੰਜੀਦਗੀ ਨਾਲ ਜਾਂਚ ਦੀ ਮੰਗ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਨੇ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਲਗਾਤਾਰ ਨਿਸ਼ਾਨਾ ਬਣਾਉਣ ਤੇ ਪਾਕਿਸਤਾਨ ਕੋਲ ਤਿੱਖਾ ਰੋਸ ਦਰਜ ਕਰਵਾਇਆ ਹੈ। ਬਾਗਚੀ ਨੇ ਕਿਹਾ ਕਿ ਭਾਰਤ ਸਰਕਾਰ ਆਸ ਕਰਦੀ ਹੈ ਕਿ ਪਾਕਿਸਤਾਨ ਸਰਕਾਰ ਆਪਣੇ ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਉਹਨਾਂ ਦੀ ਸਲਾਮਤੀ ਲਈ ਕਦਮ ਚੁੱਕੇਗੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਵਾਰਦਾਤ ਦੀ ਸਖਤੀ ਨਾਲ ਨਿੰਦਿਆ ਕਰਦਿਆਂ ਇਸ ਨੂੰ ਟਾਰਗੇਟ ਕਿਲਿੰਗ ਦੱਸਿਆ ਹੈ। ਜਥੇਦਾਰ ਨੇ ਪਾਕਿਸਤਾਨ ਸਰਕਾਰ ਨੂੰ ਕਿਹਾ ਕਿ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕਰਾਈ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੀਆਂ ਤਾਕਤਾਂ ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀਆਂ ਨੇ। ਉਹਨਾਂ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਸੰਬੰਧ ਵਿੱਚ ਪਿਸ਼ਾਵਰ ਦੇ ਸਿੱਖਾਂ ਤੇ ਪੀਐਸਜੀਪੀਸੀ ਦੇ ਪ੍ਰਧਾਨ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਕੋਈ ਪਾਕਿਸਤਾਨ ਦੇ ਵਿੱਚ ਪਹਿਲੀ ਘਟਨਾ ਨਹੀਂ ਹੈ। ਪਹਿਲਾਂ ਵੀ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਵਾਪਰੀਆਂ ਨੇ। ਬੜੀ ਦੁਖਦਾਈ ਖਬਰ ਜਿਹੜੀ ਹੈ ਪ੍ਰਾਪਤ ਹੋਈ ਹੈ ਹੁਣੇ ਕਿ ਪਿਸ਼ਾਵਰ ਤੋਂ 20 ਕਿਲੋਮੀਟਰ ਦੂਰ ਬਾੜਾ ਨਾਮ ਦੀ ਇੱਕ ਜਗ੍ਹਾ ਹੈ ਖੈਬਰ ਏਜੰਸੀ ਦੇ ਵਿੱਚ, ਉੱਥੇ 2 ਸਿੱਖ ਨੌਜਵਾਨ ਸਰਦਾਰ ਰਣਜੀਤ ਸਿੰਘ, ਸਰਦਾਰ ਕੁਲਜੀਤ ਸਿੰਘ, ਉਹਨਾਂ ਦੀ ਦੁਕਾਨ ਦੇ ਉੱਤੇ ਬੈਠਿਆਂ ਦੀ ਗੋਲੀਆਂ ਮਾਰ ਕੇ ਜਿਹੜਾ ਹੈ ਉਹ ਹੱਤਿਆ ਕਰ ਦਿੱਤੀ ਗਈ। ਇਹ ਬਹੁਤ ਮੰਦਭਾਗੀ ਜਿਹੜੀ ਹੈ ਉਹ ਘਟਨਾ ਹੈ ਔਰ ਇਸ ਘਟਨਾ ਨੇ ਸਿੱਖ ਦਿਲਾਂ ਨੂੰ ਵੱਡੀ ਭਾਰੀ ਠੇਸ ਪਹੁੰਚਾਈ ਹੈ। ਪਾਕਿਸਤਾਨ ਗਵਰਨਮੈਂਟ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ
कि इस घटना की डूंघाई दे नाल तफसीस जिहड़ी है वो करवाई जाए कि किहड़ियां एजेंसियां ने जिहड़ियां पाकिस्तान के अंदर इस तरह सिखां नूं टारगेट कर रही ने। साडे वास्ते सिखां नूं टारगेट करना जिहड़ा है वो बड़ा असहाय है और ये जिहड़े दो सिख नौजवान सी 32 साल दे सी, इन्हां नूं टारगेट करके दुकान दे विच बैठियां गोलियां मारियां गईयां ने। असीं इन्हां दे परिवारां दे नाल हमदर्दी जिहड़ी है वो जाहिर करदे और वाहिगुरू अगे अरदास है इन्हां दी विछड़ी आत्मा नूं अपने चरनां 'च निवास बख्शे। एक बारी फिर पाकिस्तान गवर्नमेंट नूं ये जरूर कहना चाहांगा कि इस घटना की जिहड़ी है जांच वो बरीकी दे नाल करवाई जाए। कौन वो लोग ने, किहड़ियां वो एजेंसियां ने जिहड़ियां सिखां दे उत्ते इस तरह हमले करवा रही हैं। मेरी पेशावर भी गलबात हुई है, पाकिस्तान गुरुद्वारा प्रबंधक कमेटी के प्रधान दे नाल भी गलबात हुई है तो उन्होंने भी इस घटना बारे दस्सिया है कि ये टारगेट जिहड़ी है वो किलिंग है और पोस्टमार्टम वास्ते जिहड़ा है इन्हां दी जिहड़ियां डैड बॉडियां वो पेशावर लिआंदियां गईयां ने। ते पाकिस्तान सरकार वालों अजे कोई अधिकारत बयान जिहड़ा वो नहीं आया। सारी जानकारी जिहड़ी है पेशावर ते पाकिस्तान गुरुद्वारा प्रबंधक कमेटी के प्रधान सरदार अमीर सिंह तो प्राप्त की है। बड़ी दुखदाई घटना है। वो पेशावर का जिहड़ा इलाका हैगा उत्थे तां सिखां दे अंदर हमेशा ही सहम बनिया रहिंदा है क्योंकि उत्थे ये पहली टारगेट किलिंग नहीं हुई है। पहलों भी इस तो कई बार सिखां नूं इस तरह गोलियां मार के जिहड़ा है वो निशाना बनाया गया और पाकिस्तान सरकार जिहड़ा है वो दोषियों नूं लभणों जिहड़ा बिल्कुल नाकामयाब रही है और ना ही सिखां नूं कोई जानकारी देती है कि ये टारगेट किलिंग जिहड़ी पहलों भी हुई है उस मसले दे विच कौन इनवॉल्व है, जां किहड़ियां एजेंसियां इनवॉल्व है, जां किहड़े बंदे इनवॉल्व है, पाकिस्तान गवर्नमेंट ने कदे नहीं दस्सिया। तो पाकिस्तान सरकार का फर्ज बनता है कि वो सिखां दी जान माल और उन्हां दे कारोबारां दी जिहड़ी है वो सुरक्षा करे, हिफाजत करे। ਭਾਰਤ ਦੇ ਵਿੱਚ ਵੱਡੇ ਸਿੱਖ ਲੀਡਰਾਂ ਸਮੇਤ ਸਰਕਾਰ ਨੇ ਵੀ ਇਸ ਘਟਨਾ ਦੀ ਤਿੱਖੀ ਆਲੋਚਨਾ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਕਿਹਾ ਹੈ ਕਿ ਪਾਕਿਸਤਾਨ 'ਚ ਰਹਿੰਦੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਸੁਰੱਖਿਆ ਦਾ ਮੁੱਦਾ ਗੁਆਂਢੀ ਮੁਲਕ ਦੀ ਸਰਕਾਰ ਕੋਲ ਚੁੱਕਣ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਹਨਾਂ ਕਤਲਾਂ ਦੀ ਨਿਖੇਧੀ ਕਰਦਿਆਂ ਸਰਕਾਰਾਂ ਤੋਂ ਇਨਸਾਫ ਦੀ ਮੰਗ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਵਾਰਦਾਤ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਿਛਲੇ ਸਾਲ ਹਕੀਮ ਸਤਨਾਮ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਕੁਝ ਦਿਨ ਪਹਿਲਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਦੇ ਪੁੱਤਰਾਂ ਤੇ ਭੂ ਮਾਫੀਆ ਨੇ ਹਮਲਾ ਕੀਤਾ ਸੀ ਤੇ ਪਾਕਿਸਤਾਨ ਦੇ ਵਿੱਚ ਵਾਪਰਦੀਆਂ ਅਜਿਹੀਆਂ ਘਟਨਾਵਾਂ ਕਾਰਨ ਘੱਟ ਗਿਣਤੀਆਂ ਵਿੱਚ ਡਰ ਦੀ ਭਾਵਨਾ ਵੱਧ ਰਹੀ ਹੈ ਜਿਸ ਪ੍ਰਤੀ ਸਰਕਾਰ ਨੂੰ ਸੰਜੀਦਾ ਹੋਣਾ ਚਾਹੀਦਾ ਹੈ। ਉਹਨਾਂ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਕੂਟਨੀਤਿਕ ਪੱਧਰ ਤੇ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਸਿੱਖਾਂ ਦੇ ਜਾਨ ਮਾਲ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕੇ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪਾਕਿਸਤਾਨ ਦੇ ਨਵੀਂ ਬਣੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਵੇ। ਦਲ ਖਾਲਸਾ ਦੇ ਲੀਡਰ ਕੰਵਰਪਾਲ ਸਿੰਘ ਨੇ ਵੀ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕੋਲ ਫਰੌਤੀ ਦੀ ਰਕਮ ਮੰਗੀ ਜਾਂਦੀ ਹੈ, ਰਕਮ ਨਾ ਦੇਣ ਤੇ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਪਾਕਿਸਤਾਨ ਦੇ ਪਿਸ਼ਾਵਰ ਦੇ ਵਿੱਚ ਕਰੀਬ 15,000 ਸਿੱਖ ਵਸਦੇ ਨੇ। ਇਹਨਾਂ 'ਚੋਂ ਜ਼ਿਆਦਾਤਰ ਸਿੱਖ ਆਪਣਾ ਕਾਰੋਬਾਰ ਕਰਦੇ ਨੇ ਤੇ ਕੁਝ ਦੀਆਂ ਫਾਰਮੇਸੀਆਂ ਉੱਥੇ ਬਣੀਆਂ ਹੋਈਆਂ ਨੇ। 2020 ਦੀ ਘਟਨਾ ਜੇ ਤੁਹਾਨੂੰ ਯਾਦ ਹੋਵੇ ਤਾਂ ਉੱਥੋਂ ਦੇ ਨੌਜਵਾਨ ਸਿੱਖ ਐਂਕਰ ਰਵਿੰਦਰ ਸਿੰਘ ਦਾ ਸ਼ਹਿਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। 2018 ਦੇ ਵਿੱਚ ਚਰਨਜੀਤ ਸਿੰਘ ਅਤੇ 2016 ਦੇ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਨੈਸ਼ਨਲ ਅਸੈਂਬਲੀ ਮੈਂਬਰ ਸੁਰੇਨ ਸਿੰਘ ਦਾ ਵੀ ਪਿਸ਼ਾਵਰ ਵਿੱਚ ਕਤਲ ਕੀਤਾ ਗਿਆ ਸੀ ਅਤੇ ਤਾਜ਼ਾ ਘਟਨਾ ਤੋਂ ਬਾਅਦ ਪਿਸ਼ਾਵਰ ਦੇ ਵਿੱਚ ਮੁੜ ਤੋਂ ਸਹਿਮ ਦਾ ਮਾਹੌਲ ਬਣ ਗਿਆ। ਪੰਜਾਬ ਦੇ ਵਿੱਚ ਕਣਕ ਦੀ ਖਰੀਦ ਨਾਲ ਜੁੜੀ ਜ਼ਰੂਰੀ ਖਬਰ ਹੈ। ਕੇਂਦਰ ਸਰਕਾਰ ਦੇ ਵੱਲੋਂ ਨਿਯਮਾਂ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਐਲਾਨ ਕੀਤਾ ਹੈ ਕਿ 31 ਮਈ ਤੱਕ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਹੋਵੇਗੀ। ਸਰਕਾਰ ਨੇ ਸੂਬੇ ਦੀਆਂ 232 ਮੰਡੀਆਂ ਵਿੱਚ ਕਣਕ ਦੀ ਖਰੀਦ 31 ਮਈ ਤੱਕ ਕਰਨ ਦਾ ਫੈਸਲਾ ਲਿਆ ਹੈ ਤੇ ਹੁਕਮ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਦਿੱਤੇ ਨੇ। ਉਹਨਾਂ ਕਿਹਾ ਕਿ ਕਣਕ ਦੀ ਬਰਾਮਦ ਤੇ ਰੋਕ ਦੇ ਨਤੀਜੇ ਵਜੋਂ ਘਰੇਲੂ ਮੰਡੀ ਵਿੱਚ ਕਣਕ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਕੁਝ ਕਿਸਾਨਾਂ ਨੇ ਜਿਨ੍ਹਾਂ ਨੇ ਬਾਅਦ ਵਿੱਚ ਚੰਗੇ ਭਾਅ ਮਿਲਣ ਦੀ ਉਮੀਦ ਵਿੱਚ ਕਣਕ ਦੀ ਫਸਲ ਭੰਡਾਰ ਕੀਤੀ ਸੀ, ਉਹਨਾਂ ਨੂੰ ਸ਼ਾਇਦ ਹੁਣ ਮੁੜ ਸੋਚ ਵਿਚਾਰ ਕੇ ਆਪਣੀ ਫਸਲ ਵੇਚਣੀ ਪੈ ਸਕਦੀ ਹੈ। ਇਸੇ ਕਰਕੇ ਹੁਣ ਸੂਬੇ ਦੀਆਂ ਜਿਹੜੀਆਂ 232 ਮੰਡੀਆਂ ਨੇ ਉਹਨਾਂ ਦੇ ਵਿੱਚ ਕਣਕ ਦੀ ਖਰੀਦ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ।
ਹਾਲਾਂਕਿ ਪੰਜਾਬ ਦੇ ਵਿੱਚ ਕਣਕ ਵੇਚਣ ਦੀ ਜਿਹੜੀ ਮਿਤੀ ਹੈ ਉਹ 31 ਮਈ ਹੀ ਨਿਰਧਾਰਿਤ ਕੀਤੀ ਗਈ ਸੀ, ਪਰ ਪਿਛਲੇ ਦਿਨਾਂ ਦੇ ਵਿੱਚ ਕਣਕ ਦੀ ਆਮਦ ਮੱਠੀ ਪੈਣ ਕਰਕੇ 12 ਮਈ ਨੂੰ ਭਾਰਤ ਸਰਕਾਰ ਦੇ ਖੁਰਾਕ ਮੰਤਰਾਲੇ ਤੇ ਜਨਤਕ ਵੰਡ ਮੰਤਰਾਲੇ ਨੂੰ ਪੰਜਾਬ ਸਰਕਾਰ ਨੇ ਬੇਨਤੀ ਕੀਤੀ ਸੀ ਕਿ ਮੰਡੀਆਂ ਨੂੰ ਸਮੇਂ ਤੋਂ ਪਹਿਲਾਂ 17 ਮਈ ਤੋਂ ਬੰਦ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਯਾਨੀ ਕਿ ਕੱਲ ਤੋਂ, ਆਉਣ ਵਾਲੇ ਕੱਲ ਤੋਂ। ਪਰ ਹੁਣ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੀ ਬੇਨਤੀ ਵਾਪਸ ਲੈ ਲਈ ਹੈ। ਹੁਣ 31 ਮਈ ਤੱਕ ਹੀ ਮੰਡੀਆਂ ਚਾਲੂ ਰਹਿਣਗੀਆਂ। ਪੰਜਾਬ ਤੇ ਹਰਿਆਣਾ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਭੱਠ ਵਾਂਗੂ ਸਾਰਾ ਕੁਝ ਤਪ ਰਿਹਾ ਹੈ ਤੇ ਦਿੱਲੀ ਦੇ ਵਿੱਚ ਤਾਂ ਮੌਸਮ ਹੋਰ ਵੀ ਜ਼ਿਆਦਾ ਤੱਤਾ ਹੋਇਆ ਪਿਆ। ਮੌਸਮ ਵਿਭਾਗ ਦੇ ਮੁਤਾਬਿਕ ਅੱਜ ਜਾਂ ਕੱਲ ਨੂੰ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲ ਸਕਦੀ ਹੈ। ਅਗਲੇ 48 ਘੰਟਿਆਂ ਦੇ ਵਿੱਚ ਕੁਝ ਥਾਵਾਂ ਤੇ ਹਲਕਾ ਮੀਂਹ ਪੈਣ ਦਾ ਅਨੁਮਾਨ ਹੈ ਜਿਹੜਾ ਉਹ ਦਿੱਤਾ ਹੈ। ਗਰਮੀ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਕੱਲ ਦਾ ਦਿਨ ਯਾਨੀ ਕਿ ਐਤਵਾਰ ਦਾ ਦਿਨ ਪੰਜਾਬ ਤੇ ਹਰਿਆਣਾ ਦੇ ਵਿੱਚ ਇਸ ਸਾਲ ਦਾ ਸਭ ਤੋਂ ਗਰਮ ਦਿਨ ਰਿਹਾ। ਇੱਥੇ ਤਾਪਮਾਨ ਆਮ ਨਾਲੋਂ 5 ਤੋਂ 6 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਪੰਜਾਬ ਦਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਤੇ ਹਰਿਆਣਾ ਦਾ ਗੁਰੂਗ੍ਰਾਮ ਸਭ ਤੋਂ ਵੱਧ ਤਪਦੇ ਰਹੇ। ਕਿਸਾਨਾਂ ਨੂੰ ਅੱਤ ਦੀ ਗਰਮੀ ਵਿੱਚ ਦੂਰੀ ਮਾਰ ਪੈ ਰਹੀ ਹੈ। ਖੇਤੀਬਾੜੀ ਕਰਨੀ ਪੈ ਰਹੀ ਹੈ ਕਿਸਾਨਾਂ ਨੂੰ, ਕਿਉਂਕਿ ਮੌਜੂਦਾ ਸਮੇਂ ਸਬਜ਼ੀਆਂ ਦੇ ਨਾਲ-ਨਾਲ ਮੂੰਗੀ ਦੀ ਫਸਲ ਵੀ ਬੀਜੀ ਜਾ ਰਹੀ ਹੈ। ਇੱਕ ਗਰਮੀ ਤੇ ਉੱਤੋਂ ਬਿਜਲੀ ਦੀ ਸਪਲਾਈ ਘੱਟ ਹੋਣ ਕਰਕੇ ਕਿਸਾਨਾਂ ਦੇ ਲਈ ਇਹ ਦੂਰੀ ਮਾਰ ਦਾ ਵਕਤ ਬਣਿਆ ਹੋਇਆ ਹੈ। ਇਸ ਦਰਮਿਆਨ ਝੋਨੇ ਦੀ ਸਿੱਧੀ ਬਿਜਾਈ ਵੀ 20 ਮਈ ਤੋਂ ਸ਼ੁਰੂ ਹੋ ਰਹੀ ਹੈ ਤੇ ਬਿਜਲੀ ਦਾ ਸੰਕਟ ਹੈ ਜਿਹੜਾ ਕਿਸਾਨਾਂ ਦੇ ਸਿਰ ਤੇ ਮੰਡਰਾ ਰਿਹਾ ਹੈ। ਬਹੁਤ ਹੀ ਜ਼ਿਆਦਾ ਗਰਮੀ ਪੈਣ ਕਾਰਨ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਲੋਕ ਘਰਾਂ ਚੋਂ ਬਾਹਰ ਨਹੀਂ ਨਿਕਲ ਰਹੇ। ਦੁਕਾਨਦਾਰਾਂ ਨੂੰ ਦੁਕਾਨਾਂ ਖੋਲਣੀਆਂ ਪੈ ਰਹੀਆਂ ਨੇ, ਪਰ ਬਾਜ਼ਾਰ ਸੁੰਨੇ ਪਏ ਨੇ। ਦੁਪਹਿਰ ਦੇ ਸਮੇਂ ਤਾਂ ਸੜਕਾਂ ਵੀ ਸੁੰਨੀਆਂ ਨਜ਼ਰ ਆਉਂਦੀਆਂ ਨੇ। ਸਿਰਫ ਜ਼ਰੂਰੀ ਕੰਮਾਂ ਵਾਲੇ ਲੋਕ ਨਿਕਲ ਰਹੇ ਨੇ ਜਾਂ ਫਿਰ ਬੱਸਾਂ ਜਿਹੜੀਆਂ ਚੱਲਦੀਆਂ ਹੀ ਹੁੰਦੀਆਂ ਨੇ ਉਹ ਚੱਲ ਰਹੀਆਂ ਨੇ। ਅੱਜ ਤੜਕੇ ਵੀ ਗਰਮੀ ਦਾ ਉਹੀ ਹਾਲ ਲੱਗ ਰਿਹਾ ਹੈ। ਲੋਕ ਮੁੜਕੋ ਮੁੜਕੀ ਹੋ ਰਹੇ ਨੇ। ਸੋ ਸਾਡੀ ਸਭ ਨੂੰ ਅਪੀਲ ਹੈ ਕਿ ਗਰਮੀ ਦੇ ਇਸ ਮੌਸਮ ਦੇ ਵਿੱਚ ਆਪਣੇ ਪਰਿਵਾਰ ਦਾ, ਖਾਸ ਕਰਕੇ ਬੱਚਿਆਂ ਬਜ਼ੁਰਗਾਂ ਦਾ ਖਾਸ ਧਿਆਨ ਰੱਖੋ। ਤੇ ਪੰਜਾਬ ਦੇ ਵਿੱਚ ਬਿਜਲੀ ਦਾ ਸੰਕਟ ਜਿਉਂ ਦਾ ਤਿਉਂ ਬਣਿਆ ਹੋਇਆ। ਹਾਲਾਂਕਿ ਬਿਜਲੀ ਐਕਸਚੇਂਜ ਦਰਾਂ ਘਟਣ ਕਾਰਨ ਪਾਵਰਕਾਮ ਨੂੰ ਵਿੱਤੀ ਰਾਹਤ ਜ਼ਰੂਰ ਮਿਲੀ ਹੈ। ਦੱਖਣੀ ਸੂਬਿਆਂ ਦੇ ਵਿੱਚ ਦਰਅਸਲ ਮੀਂਹ ਪਿਆ ਹੈ, ਜਿਸ ਤੋਂ ਬਾਅਦ ਪਾਵਰਕਾਮ ਨੂੰ ਬਿਜਲੀ ਸਸਤੀ ਮਿਲੀ ਹੈ। ਪੰਜਾਬ ਦੇ ਵਿੱਚ ਬਿਜਲੀ ਦਾ ਸੰਕਟ ਹੋਰ ਗੰਭੀਰ ਹੋ ਗਿਆ। 920 ਮੈਗਾਵਾਟ ਬਿਜਲੀ ਪੈਦਾਵਾਰ ਸਮਰੱਥਾ ਵਾਲੇ ਸਰਕਾਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦਾ 3 ਨੰਬਰ ਯੂਨਿਟ ਵੀ ਬੰਦ ਹੋ ਗਿਆ। ਹੁਣ ਇਸ ਥਰਮਲ ਪਲਾਂਟ ਦੇ ਵਿੱਚ ਬਿਜਲੀ ਦਾ ਉਤਪਾਦਨ ਸਿਰਫ 166 ਮੈਗਾਵਾਟ ਰਹਿ ਗਿਆ। 4 ਯੂਨਿਟਾਂ ਵਾਲੇ ਥਰਮਲ ਪਲਾਂਟ ਦੇ 1 ਤੇ 2 ਨੰਬਰ ਯੂਨਿਟ ਤਾਂ ਇੱਕ ਦਿਨ ਪਹਿਲਾਂ ਹੀ ਬੰਦ ਹੋ ਚੁੱਕੇ ਸੀ ਤੇ ਹੁਣ ਤੀਜਾ ਯੂਨਿਟ ਵੀ ਕਿਸੇ ਤਕਨੀਕੀ ਖਰਾਬੀ ਕਾਰਨ ਬੰਦ ਕਰਨਾ ਪਿਆ ਹੈ। ਸਰਕਾਰੀ ਥਰਮਲ ਪਲਾਂਟ ਰੂਪਨਗਰ ਦਾ 3 ਨੰਬਰ ਯੂਨਿਟ ਵੀ ਹਾਲੇ ਤੱਕ ਚਾਲੂ ਨਹੀਂ ਹੋ ਸਕਿਆ ਤੇ ਇੱਕ ਹੋਰ ਯੂਨਿਟ ਕਾਫੀ ਘੱਟ ਸਮਰੱਥਾ ਤੇ ਚਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਦੇ ਬਾਕੀ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਵੀ ਕੁਝ ਨਾ ਕੁਝ ਯੂਨਿਟ ਤਕਨੀਕੀ ਖਰਾਬੀਆਂ ਕਾਰਨ ਬੰਦ ਪਏ ਨੇ। ਗਰਮੀ ਦਾ ਕਹਿਰ ਤਾਂ ਵਾਰੀ ਰਿਹਾ। ਸੂਬੇ ਦੇ ਵਿੱਚ ਨਸ਼ਿਆਂ ਦਾ ਕਹਿਰ ਵੀ ਲਗਾਤਾਰ ਵੱਧ ਰਿਹਾ ਹੈ। ਐਤਵਾਰ ਦੇ ਦਿਨ ਨਸ਼ਿਆਂ ਦੀ ਓਵਰਡੋਜ਼ ਦੇ ਕਾਰਨ 2 ਜਣਿਆਂ ਦੀ ਮੌਤ ਹੋ ਗਈ। ਇੱਕ ਤਾਂ ਮਹਿਜ਼ 18 ਸਾਲ ਦਾ ਗੱਭਰੂ ਜਵਾਨ ਸੀ, ਤਰਨਤਾਰਨ ਦੇ ਪਿੰਡ ਚੀਮਾ ਸ਼ੁਕਰਚੱਕ ਦਾ ਰਹਿਣ ਵਾਲਾ ਸੀ ਤੇ ਦੂਜੇ ਕੇਸ ਵਿੱਚ ਬੁਰਜ 96 ਵਾਸੀ ਨਿਰਵੈਲ ਸਿੰਘ, ਜਿਸ ਦੀ ਉਮਰ 50 ਸਾਲ ਦੀ ਸੀ, ਉਸ ਦੀ ਵੀ ਨਸ਼ੇ ਕਾਰਨ ਮੌਤ ਹੋ ਗਈ। 18 ਸਾਲਾ ਨੌਜਵਾਨ ਗੁਰਤੇਜ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਲੜਕਾ 3 ਸਾਲਾਂ ਤੋਂ ਨਸ਼ਾ ਕਰ ਰਿਹਾ ਸੀ। ਸ਼ਨੀਚਰਵਾਰ ਨੂੰ ਸ਼ਾਮ ਵੇਲੇ ਆਮ ਵਾਂਗੂ ਨਸ਼ਾ ਕਰ ਲਿਆ, ਪਰ ਮੁੜ ਤੋੜ ਲੱਗਣ ਬਾਅਦ ਥੋੜੀ ਦੇਰ ਬਾਅਦ ਪਿੰਡ ਤੋਂ ਹੀ ਨਸ਼ੇ ਦਾ ਹੋਰ ਟੀਕਾ ਲਗਵਾ ਆਇਆ ਤੇ ਪਰਿਵਾਰ ਜਦੋਂ ਪੁੱਤ ਦਾ ਹਾਲ ਚਾਲ ਪੁੱਛਣ ਲਈ ਉਹਦੇ ਮੰਜੇ ਕੋਲ ਗਿਆ ਤਾਂ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮਜਬੂਰ ਪਿਓ ਨੇ ਕਿਹਾ ਕਿ ਅਸੀਂ ਇਸ ਸੰਬੰਧੀ ਕੋਈ ਪੁਲਿਸ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ, ਇਸ ਕਰਕੇ ਗੁਰਤੇਜ ਸਿੰਘ ਦਾ ਬਿਨਾਂ ਪੋਸਟਮਾਰਟਮ ਤੋਂ ਹੀ ਸੰਸਕਾਰ ਕਰ ਦਿੱਤਾ ਗਿਆ। ਦੂਸਰੇ ਕੇਸ ਦੇ ਵਿੱਚ ਨਿਰਵੈਰ ਸਿੰਘ ਨੂੰ ਨਸ਼ੇ ਦਾ ਟੀਕਾ ਲਾਉਣ ਵਾਲੇ ਪਿੰਡ ਵਾਸੀ ਜਸਵੀਰ ਸਿੰਘ ਖਿਲਾਫ ਝਬਾਲ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪਿੰਡ ਦੇ ਸਰਪੰਚ ਅਵਤਾਰ ਸਿੰਘ ਤੇ ਮ੍ਰਿਤਕ ਦੇ ਭਰਾ ਪ੍ਰਗਟ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਨਾਮ ਦਾ ਬੰਦਾ ਪਿੰਡ ਵਿੱਚ ਕਈ ਸਾਲਾਂ ਤੋਂ ਲੋਕਾਂ ਨੂੰ ਨਸ਼ਿਆਂ ਦੇ ਟੀਕੇ ਲਾਉਂਦਾ ਆ ਰਿਹਾ ਹੈ ਤੇ ਸ਼ਨੀਚਰਵਾਰ ਨੂੰ ਉਸੇ ਨੇ ਹੀ ਨਿਰਵੈਲ ਨੂੰ ਨਸ਼ੇ ਦਾ ਟੀਕਾ ਲਾਇਆ ਸੀ। ਹਾਲਤ ਵਿਗੜਦੀ ਦੇਖ ਕੇ ਪਰਿਵਾਰ ਫਿਰ ਤੋਂ ਉਸ ਨੂੰ ਜਸਵੀਰ ਸਿੰਘ ਕੋਲ ਲੈ ਗਿਆ ਤਾਂ ਨਿਰਵੈਲ ਨੂੰ ਉਸਨੇ ਨਸ਼ੇ ਦਾ ਇੱਕ ਹੋਰ ਟੀਕਾ ਲਾ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਜਸਵੀਰ ਸਿੰਘ ਪਿੰਡ ਚੋਂ ਫਰਾਰ ਹੈ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੱਲ ਬਠਿੰਡਾ ਦੀ ਧੋਬੀਆਣਾ ਬਸਤੀ ਪਹੁੰਚੇ, ਜਿੱਥੇ ਉਹਨਾਂ ਨੇ ਨਸ਼ੇ ਦੀ ਓਵਰਡੋਜ਼ ਕਾਰਨ ਮਰਨ ਵਾਲੇ ਆਕਾਸ਼ਦੀਪ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਿੱਧੂ ਨੇ ਕਿਹਾ ਕਿ ਪੰਜਾਬ 'ਚ 3 ਸਰਕਾਰਾਂ ਨੇ ਨਸ਼ਾ ਖਤਮ ਕਰਨ ਦਾ ਯਤਨ ਕੀਤਾ, ਬਾਵਜੂਦ ਇਸ ਦੇ ਨਸ਼ੇ ਨਾਲ ਨੌਜਵਾਨ ਮਰ ਰਹੇ ਨੇ।
ਉਹਨਾਂ ਕਿਹਾ ਕਿ ਦੂਸ਼ਣਬਾਜ਼ੀ ਦਾ ਨਹੀਂ ਬਲਕਿ ਗੰਭੀਰਤਾ ਨਾਲ ਵਿਚਾਰ ਕਰਨ ਦਾ ਸਮਾਂ ਹੈ। ਸਿੱਧੂ ਨੇ ਦੱਸਿਆ ਕਿ ICMR ਅਤੇ ਏਮਸ ਦੇ ਵੱਲੋਂ ਕਰਵਾਏ ਸਰਵੇਖਣ ਮੁਤਾਬਿਕ ਡਰੱਗ ਪੀੜਤਾਂ ਦੀ ਗਿਣਤੀ ਭਾਵੇਂ ਘੱਟ ਹੈ ਪਰ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਲੱਖਾਂ ਦੀ ਗਿਣਤੀ ਵਿੱਚ ਮਰੀਜ਼ ਸੂਬੇ ਦੇ ਅਸਲ ਹਾਲਾਤ ਬਿਆਨ ਕਰਦੇ ਨੇ। ਸਿੱਧੂ ਨੇ ਦੱਸਿਆ ਕਿ ਨਸ਼ਾ ਪੀੜਤਾਂ ਦੇ ਵਿੱਚ 20 ਤੋਂ 25 ਸਾਲ ਦੇ ਨੌਜਵਾਨਾਂ ਦੀ ਗਿਣਤੀ 60 ਤੋਂ 70% ਹੈ। ਪੰਜਾਬ ਦੇ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ੇ ਤੋਂ ਪੀੜਤ ਨੇ ਤੇ ਬਾਕੀ ਨੌਜਵਾਨ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਨੇ ਤੇ ਪੰਜਾਬ ਇੱਕ ਦਿਨ ਨੌਜਵਾਨ ਵਿਹੂਣਾ ਹੋ ਜਾਊਗਾ। ਸਿੱਧੂ ਨੇ ਮੁੜ ਤੋਂ ਸਿਆਸਤਦਾਨਾਂ, ਪੁਲਿਸ ਤੇ ਨਸ਼ਾ ਤਸਕਰਾਂ ਦਾ ਗੱਠਜੋੜ ਤੋੜਨ ਦਾ ਸੱਦਾ ਦਿੱਤਾ ਹੈ। ਇਸ ਮੌਕੇ ਮਰਨ ਵਾਲੇ ਆਕਾਸ਼ਦੀਪ ਦੀ ਮਾਂ ਜਸਪ੍ਰੀਤ ਕੌਰ ਨੇ ਮੰਗ ਕੀਤੀ ਕਿ ਘਰ ਵਿੱਚ ਕਮਾਈ ਦਾ ਸਾਧਨ ਨਾ ਹੋਣ ਕਰਕੇ ਉਹਨਾਂ ਦੀ ਧੀ ਨੂੰ ਨੌਕਰੀ ਦਿੱਤੀ ਜਾਵੇ। ਇਸੇ ਦਰਮਿਆਨ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੇ ਅੰਕੜੇ ਵੀ ਤੁਹਾਨੂੰ ਦੱਸ ਦਿੰਦੇ ਹਾਂ। ਜੇਲ੍ਹਾਂ ਵਿੱਚ ਬੰਦ ਕੈਦੀਆਂ ਵਿੱਚ 86% ਨੌਜਵਾਨ ਨੇ ਤੇ 40 ਸਾਲਾਂ ਤੋਂ ਘੱਟ ਉਮਰ ਦੇ ਮੁੰਡਿਆਂ ਦੀ ਵੱਡੀ ਗਿਣਤੀ ਇਸ ਵਕਤ ਜੇਲ੍ਹਾਂ ਦੇ ਵਿੱਚ ਬੰਦ ਹੈ। ਇਹਨਾਂ ਵਿੱਚੋਂ 86% ਨਸ਼ੇੜੀ ਤੇ ਝਪਟਮਾਰ ਨੇ। ਤਾਜ਼ਾ ਅੰਕੜਾ ਦੱਸਦਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ 26,164 ਕੈਦੀ ਤੇ ਹਵਾਲਾਤੀ ਨੇ, ਜਿਨ੍ਹਾਂ ਵਿੱਚੋਂ 40 ਸਾਲ ਤੋਂ ਘੱਟ ਉਮਰ ਦੇ 22,475 ਬੰਦੀ ਨੇ। ਜੇਲ੍ਹਾਂ ਦੀ ਸਮਰੱਥਾ 23,500 ਦੀ ਹੈ, ਜਦਕਿ ਬੰਦਿਆਂ ਦੀ ਗਿਣਤੀ 26,164 ਹੈ। ਕਈ ਜੇਲ੍ਹਾਂ ਤਾਂ ਤੂੜੀ ਦੇ ਵਾਂਗੂ ਤੁੰਨੀਆਂ ਰਹਿੰਦੀਆਂ ਨੇ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹਾਂ ਨੂੰ ਅਸਲੀ ਮਾਅਨੇ ਦੇ ਵਿੱਚ ਸੁਧਾਰ ਘਰਾਂ 'ਚ ਬਦਲਣ ਦਾ ਅਹਿਦ ਲਿਆ ਹੈ। ਹੇਮਕੁੰਟ ਸਾਹਿਬ ਦੀ ਯਾਤਰਾ ਇਸ ਸਾਲ 22 ਮਈ ਤੋਂ ਸ਼ੁਰੂ ਹੋ ਰਹੀ ਹੈ। 19 ਮਈ ਨੂੰ ਪਹਿਲਾ ਜਥਾ ਗੁਰਦੁਆਰਾ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ ਤੇ 22 ਮਈ ਨੂੰ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹ ਦਿੱਤੇ ਜਾਣਗੇ ਤੇ ਐਤਕੀ ਸ਼ਰਧਾਲੂਆਂ ਦੇ ਲਈ ਰਜਿਸਟ੍ਰੇਸ਼ਨ ਲਾਜ਼ਮੀ ਕੀਤੀ ਹੈ। ਉੱਤਰਾਖੰਡ ਸਰਕਾਰ ਅਤੇ ਹੇਮਕੁੰਟ ਸਾਹਿਬ ਟਰੱਸਟ ਨੇ ਮਿਲ ਕੇ ਇਹ ਫੈਸਲਾ ਲਿਆ ਹੈ। ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸਰਕਾਰ ਨੇ ਇਸ ਯਾਤਰਾ ਦੇ ਲਈ ਸ਼ਰਧਾਲੂਆਂ ਵਾਸਤੇ ਆਨਲਾਈਨ ਤੇ ਆਫਲਾਈਨ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਕੀਤੀ ਹੈ। ਯਾਤਰੀ ਉੱਤਰਾਖੰਡ ਸੈਰ ਸਪਾਟਾ ਵਿਭਾਗ ਦੀ ਵੈਬਸਾਈਟ registration&tourismcare.uk.gov.in ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ। ਇਸ ਦੇ ਨਾਲ ਇੱਕ ਮੋਬਾਈਲ ਐਪਲੀਕੇਸ਼ਨ ਵੀ ਹੈ ਟੂਰਿਸਟ ਕੇਅਰ ਉੱਤਰਾਖੰਡ, ਇਸ ਤੇ ਵੀ ਯਾਤਰੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ। ਤੇ ਜੇ ਕਿਸੇ ਦੀ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਹੁੰਦੀ ਤਾਂ ਉਹ ਯਾਤਰਾ ਦੌਰਾਨ ਰਿਸ਼ੀਕੇਸ਼ ਦੇ ਵਿੱਚ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਲక్ష్మణ ਝੂਲਾ ਦੇ ਵਿੱਚ ਲੱਗੇ ਕੈਂਪ ਦੇ ਵਿੱਚ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ। ਰਜਿਸਟ੍ਰੇਸ਼ਨ ਕਿਵੇਂ ਕਰਵਾਉਣੀ ਹੈ, ਇਸ ਦੀ ਹੋਰ ਜਾਣਕਾਰੀ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦਿੱਤੀ ਹੈ। 22 मई 2022 से श्री हेमकुंड साहब की यात्रा का शुभ आरंभ हो रहा है। 19 मई 2022 को गुरुद्वारा ऋषिकेश, जो कि श्री हेमकुंड साहब की यात्रा का बेस कैंप है, माननीय गवर्नर साहब सरदार गुरमीत सिंह जी लेफ्टिनेंट जनरल, माननीय मुख्यमंत्री श्री पुष्कर सिंह जी धामी, ट्रस्ट के सभी ट्रस्टी साहबान, सभी धार्मिक संस्थाओं के मुखी एवं सरकारी मंत्री 19 मई को ऋषिकेश से यात्रा को हरी झंडी देकर रवाना करेंगे। सरकार और गुरुद्वारा श्री हेमकुंड साहब मैनेजमेंट ट्रस्ट ने आपस में मिल बैठकर ये फैसला किया है कि प्रतिदिन 5000 व्यक्ति श्री हेमकुंड साहब के दर्शन दीदारे कर सकते हैं। चार धाम की यात्रा भी पूरे जोरों शोरों से चल रही है और सरकार द्वारा 2 ऐप बनाए गए हैं जिन पे आप लोग जाकर अपना रजिस्ट्रेशन करवा के ई पास ले सकते हैं। तो सबसे पहले आपने गूगल पे जाना है और रजिस्ट्रेशन touristcare.uk.gov.in ये आपने लोड करना है और उस पे अपनी जानकारी देकर अपना पास बनवा लेना है। और दूसरा है अपने मोबाइल पे जाना है, अपने मोबाइल पे, और मोबाइल पे जाकर टूरिस्ट केयर उत्तराखंड आपने लोड करना है और उसी स्थान पे जाकर आपने अपना रजिस्ट्रेशन करके अपना ई पास बनवा लेना है। इन केस इन दोनों में से कोई यात्री पास नहीं बनवा पाता, टाइम की कमी कारण या कोई यानी दूसरी प्रॉब्लम कारण, तो आप गुरुद्वारा ऋषिकेश में आकर वहां पे एक काउंटर लगा है, उस पे आप अपना ई पास बनवा सकते हैं। चार धाम की यात्रा भी पूरे जोरों शोरों से चल रही है और श्री हेमकुंड साहब की यात्रा भी इस साल भव्य चलेगी। सो आप सबसे निवेदन है कि आप अपना ई पास बनवाएं और ई पास बनवाकर श्री हेमकुंड साहब की यात्रा जरूर करें। गुरुद्वारा श्री हेमकुंड साहब मैनेजमेंट ट्रस्ट ने सभी तैयारियां मुकम्मल की हैं। आप सबका इंतजार है सभी गुरुद्वारे में
ਇੱਕ ਰਾਹਤ ਵਾਲੀ ਖਬਰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਣ ਦੇ ਨੌਜਵਾਨ ਬਲਵਿੰਦਰ ਸਿੰਘ ਦੀ ਮੌਤ ਨਾਲ ਜੁੜੀ ਹੋਈ ਹੈ। ਸਾਊਦੀ ਅਰਬ 'ਚ ਬਲਵਿੰਦਰ ਸਿੰਘ ਦੀ ਮੌਤ ਦੀ ਸਜ਼ਾ ਹਾਲ ਦੀ ਘੜੀ ਟਾਲ ਦਿੱਤੀ ਗਈ ਹੈ ਕਿਉਂਕਿ 2 ਦਿਨ ਪਹਿਲਾਂ ਸਾਊਦੀ ਅਰਬ ਦੇ ਸ਼ਾਸਕ ਦੀ ਮੌਤ ਹੋ ਗਈ ਸੀ। ਮੌਤ ਕਾਰਨ ਬਲਵਿੰਦਰ ਦੀ ਰਿਹਾਈ ਵੀ ਟਲ ਗਈ ਹੈ ਤੇ ਮੌਤ ਵੀ ਟਲ ਗਈ ਹੈ। ਦਰਅਸਲ ਬਲਵਿੰਦਰ ਦੀ ਰਿਹਾਈ ਲਈ 2 ਕਰੋੜ ਦੀ ਬਲੱਡ ਮਨੀ ਹੈ ਜਿਹੜੀ ਉਹ ਲੋਕਾਂ ਦੇ ਸਹਿਯੋਗ ਦੇ ਨਾਲ, ਦਾਨੀਆਂ ਦੇ ਸਹਿਯੋਗ ਦੇ ਨਾਲ ਪਰਿਵਾਰ ਨੇ ਇਕੱਠੀ ਕਰ ਲਈ ਸੀ, ਪਰ ਤਕਨੀਕੀ ਕਾਰਨਾਂ ਕਰਕੇ ਇਹ ਪੈਸਾ ਦੁਬਈ ਸਰਕਾਰ ਤੱਕ ਹਾਲੇ ਤੱਕ ਨਹੀਂ ਪਹੁੰਚ ਸਕਿਆ। ਉਸ ਤੋਂ ਬਾਅਦ ਪਰਿਵਾਰ ਨੇ ਭਾਰਤ ਸਰਕਾਰ ਤੋਂ ਮਦਦ ਮੰਗੀ ਤਾਂ ਵਿਦੇਸ਼ ਮੰਤਰਾਲੇ ਦੇ ਕੋਲ ਹੁਣ 2 ਕਰੋੜ ਰੁਪਏ ਜਮ੍ਹਾਂ ਪਏ ਨੇ ਤੇ ਇਹ ਜਿਹੜੀ ਬਲੱਡ ਮਨੀ ਹੈ ਇਹ ਸਰਕਾਰੀ ਖਾਤੇ ਰਾਹੀਂ ਹੀ ਸਾਊਦੀ ਅਰਬ ਦੀ ਸਰਕਾਰ ਦੇ ਖਾਤੇ ਵਿੱਚ ਜਾ ਸਕਦੀ ਸੀ। ਹੁਣ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਤੇ ਆਬੂ ਧਾਬੀ ਦੇ ਸ਼ਾਸਕ ਸ਼ੇਖ ਖਲੀਫਾ ਬਿਨ ਜ਼ਾਇਦ ਅਲ ਨਾਹਿਆਨ ਦਾ ਜਦੋਂ ਦੇਹਾਂਤ ਹੋਇਆ ਤਾਂ ਉੱਥੋਂ ਦੇ ਸਾਰੇ ਮੰਤਰਾਲੇ ਕੌਮੀ ਸੋਗ ਵਜੋਂ ਬੰਦ ਨੇ। ਹੁਣ ਜਦੋਂ ਦਫ਼ਤਰੀ ਕੰਮਕਾਜ ਮੁੜ ਸ਼ੁਰੂ ਹੋਏਗਾ ਤਾਂ ਬਲਵਿੰਦਰ ਸਿੰਘ ਦੀ ਰਿਹਾਈ ਦੀ ਕਾਰਵਾਈ ਸ਼ੁਰੂ ਹੋ ਸਕੇਗੀ। ਪਰਿਵਾਰ ਨੇ ਵੀ ਦੱਸਿਆ ਕਿ ਬਲਵਿੰਦਰ ਦੀ ਰਿਹਾਈ ਦਾ ਮਾਮਲਾ ਥੋੜਾ ਜਿਹਾ ਉਲਝ ਗਿਆ ਹੈ ਤੇ ਉਹਨਾਂ ਨੇ ਲੋਕਾਂ ਨੂੰ ਖਾਤੇ ਵਿੱਚ ਹੋਰ ਪੈਸੇ ਜਮ੍ਹਾਂ ਨਾ ਕਰਾਉਣ ਦੀ ਵੀ ਅਪੀਲ ਕੀਤੀ ਹੈ ਕਿਉਂਕਿ ਪੈਸੇ ਪੂਰੇ ਹੋ ਚੁੱਕੇ ਨੇ। ਪੰਜਾਬ ਦੇ ਵਿੱਚ ਭਾਵੇਂ ਕੱਲ ਦਾ ਦਿਨ ਸਭ ਤੋਂ ਵੱਧ ਗਰਮ ਰਿਹਾ, ਲੋਕ ਜਿਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਨਹੀਂ ਸੀ ਉਹ ਬਾਹਰ ਨਿਕਲਣ ਤੋਂ ਕਤਰਾਉਂਦੇ ਰਹੇ, ਪਰ ਰੁਜ਼ਗਾਰ ਦੀ ਮੰਗ ਦੇ ਵਿੱਚ ਕੰਟਰੈਕਟ ਵਰਕਰਾਂ ਨੇ ਕੱਲ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਤਪਦੀ ਧੁੱਪ ਦੇ ਵਿੱਚ ਧਰਨਾ ਦਿੱਤਾ। ਸਿਹਤ ਵਿਭਾਗ ਦੇ ਵਿੱਚ ਕੰਟਰੈਕਟ ਤੇ ਕੰਮ ਕਰਦੀਆਂ ਮਲਟੀਪਰਪਸ ਹੈਲਥ ਫੀਮੇਲ ਵਰਕਰਾਂ ਨੇ ਸੇਵਾਵਾਂ ਪੱਕੀਆਂ ਕਰਵਾਉਣ ਤੇ ਸਿੱਧੀ ਰੈਗੂਲਰ ਭਰਤੀ ਕਰਨ ਦੀ ਬਜਾਏ ਸ਼ਰਤਾਂ ਪੂਰੀਆਂ ਕਰਨ ਵਾਲੀਆਂ ਕੰਟਰੈਕਟ ਵਰਕਰਾਂ ਨੂੰ ਪੱਕੇ ਕਰਨ ਦੀ ਮੰਗ ਸੰਬੰਧੀ ਇੱਥੇ ਧਰਨਾ ਦਿੱਤਾ। ਵਰਕਰਾਂ ਨੇ ਸੰਗਰੂਰ ਪਟਿਆਲਾ ਬਾਈਪਾਸ ਸੜਕ ਤੇ ਆਵਾਜਾਈ ਠੱਪ ਕਰਕੇ ਰੋਸ ਮੁਜ਼ਾਹਰਾ ਕੀਤਾ। ਸਾਰੀਆਂ ਵਰਕਰਾਂ ਮਿਲਕ ਪਲਾਂਟ ਮੂਹਰੇ ਇਕੱਠੀਆਂ ਹੋਈਆਂ ਜਿੱਥੋਂ ਮੁੱਖ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ ਕੱਢਿਆ ਗਿਆ। ਹਾਲਾਂਕਿ ਪੁਲਿਸ ਨੇ ਸਖਤ ਨਾਕੇਬੰਦੀ ਕਰਕੇ ਇਹਨਾਂ ਵਰਕਰਾਂ ਨੂੰ ਰੋਕ ਦਿੱਤਾ ਜਿਸ ਕਾਰਨ ਸੈਂਕੜੇ ਵਰਕਰਾਂ ਨੇ ਕਲੋਨੀ ਦੇ ਮੁੱਖ ਗੇਟ ਮੂਹਰੇ ਹੀ ਰੋਸ ਧਰਨਾ ਦੇ ਦਿੱਤਾ ਜਿੱਥੇ ਮੁੱਖ ਮੰਤਰੀ ਦੀ ਕੋਠੀ ਬਣੀ ਹੋਈ ਹੈ। ਉਧਰ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਲਗਾਤਾਰ ਤੀਸਰੇ ਦਿਨ ਵੀ ਜਾਮ ਰਿਹਾ। ਭੱਠਾ ਮਜ਼ਦੂਰਾਂ ਦੇ ਵੱਲੋਂ ਇਹ ਹਾਈਵੇ ਜਾਮ ਕੀਤਾ ਹੋਇਆ ਹੈ ਤੇ ਪ੍ਰਸ਼ਾਸਨ ਦੀ ਢਿੱਲ ਦੇ ਚੱਲਦਿਆਂ ਲਗਾਤਾਰ ਇੱਥੇ ਲੋਕ ਮੁਸ਼ਕਲਾਂ ਸਹਿ ਰਹੇ ਨੇ। ਮਜ਼ਦੂਰਾਂ ਦਾ ਇਹ ਧਰਨਾ ਰਾਹਗੀਰਾਂ ਦੇ ਲਈ ਮੁਸ਼ਕਲਾਂ ਦਾ ਸਬੱਬ ਬਣਿਆ ਹੋਇਆ। ਦਰਅਸਲ ਪੰਜਾਬ ਭੱਠਾ ਵਰਕਰਜ਼ ਯੂਨੀਅਨ ਏਟਕ ਦੇ ਵੱਲੋਂ ਲਗਾਤਾਰ 3 ਦਿਨਾਂ ਤੋਂ ਇਸ ਹਾਈਵੇ ਨੂੰ ਜਾਮ ਕੀਤਾ ਹੋਇਆ ਹੈ। ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਤੇ ਆ ਕੇ ਭੱਠਾ ਸੰਚਾਲਕ ਯੂਨੀਅਨ ਦੇ ਨਾਲ ਸਮਝੌਤਾ ਕਰਾਉਣ ਦੀ ਗੱਲ ਵੀ ਕੀਤੀ ਜਾਂਦੀ ਹੈ, ਪਰ ਮਾਮਲਾ ਸੁਲਝਦਾ ਦਿਖਾਈ ਨਹੀਂ ਦੇ ਰਿਹਾ। ਸਥਾਨਕ ਲੋਕਾਂ ਨੇ ਇਸ ਧਰਨੇ ਨੂੰ ਇੱਥੋਂ ਚੁਕਵਾ ਕੇ ਕਿਤੇ ਹੋਰ ਲਵਾਉਣ ਦੀ ਅਪੀਲ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਮਾਸੂਮ ਦੇ ਜਿੰਦਾ ਸੜ ਜਾਣ ਤੇ ਡੂੰਘਾ ਦੁੱਖ ਪ੍ਰਗਟਾਇਆ ਹੈ ਅਤੇ ਜ਼ਿੰਮੇਦਾਰ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਲੀਡਰਾਂ ਜੋਗਿੰਦਰ ਸਿੰਘ ਉਗਰਾਹਾਂ ਤੇ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਣਕ ਦੇ ਨਾੜ ਨੂੰ ਸਾੜਨ ਤੋਂ ਪਰਹੇਜ਼ ਕੀਤਾ ਜਾਵੇ, ਅਣਸਰ ਦੀ ਹਾਲਤ ਵਿੱਚ ਹੀ ਅਜਿਹਾ ਕੀਤਾ ਜਾਵੇ ਤੇ ਵਿਸ਼ੇਸ਼ ਚੌਕਸੀ ਹੈ ਉਹ ਆਲੇ ਦੁਆਲੇ ਜ਼ਰੂਰ ਰੱਖੀ ਜਾਵੇ। ਉਹਨਾਂ ਨਾਲ ਹੀ ਸਰਕਾਰਾਂ ਤੋਂ ਵੀ ਮੰਗ ਕੀਤੀ ਹੈ ਕਿ ਨਾੜ ਨਾ ਸਾੜਨ ਦੇ ਦੂਸਰੇ ਵਿਕਲਪ ਦੇ ਲਈ ਕਿਸਾਨਾਂ ਨੂੰ ਸਬਸਿਡੀ ਹੈ ਜਿਹੜੀ ਉਹ ਜ਼ਰੂਰ ਦਿੱਤੀ ਜਾਵੇ। ਕੱਲ ਡੇਰਾਬੱਸੀ ਦੇ ਪਿੰਡ ਦੇ ਵਿੱਚ ਦਰਦਨਾਕ ਘਟਨਾ ਵਾਪਰੀ ਹੈ ਜਦੋਂ 1.5 ਸਾਲ ਦੀ ਜਿਉਂਦੀ ਬੱਚੀ ਅੱਗ 'ਚ ਸੜ ਕੇ ਮਰ ਗਈ ਹੈ। ਅੱਗੇ ਖਬਰ ਵਿਸਥਾਰ 'ਚ ਤੁਹਾਨੂੰ ਦੱਸਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਕੀ ਕਿਸਾਨਾਂ ਨੂੰ ਸਿੱਧੀ ਬਿਜਾਈ ਦੇ ਲਈ ਅਪੀਲ ਕੀਤੀ ਹੈ ਤੇ ਇਸ ਗੱਲ ਨੂੰ ਉਹਨਾਂ ਨੇ ਆਪਣੇ ਤੇ ਵੀ ਅਮਲ ਦੇ ਵਿੱਚ ਲਾਗੂ ਕੀਤਾ ਹੈ। ਭਗਵੰਤ ਮਾਨ ਦੀ ਜੱਦੀ ਜ਼ਮੀਨ ਦੇ ਵਿੱਚ ਉਹਨਾਂ ਦੀ ਮਾਤਾ ਹਰਪਾਲ ਕੌਰ ਦੀ ਹਾਜ਼ਰੀ ਵਿੱਚ ਸਿੱਧੀ ਬਿਜਾਈ ਦਾ ਟਰਾਇਲ ਕੀਤਾ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਟੀਮ ਨੇ ਝੋਨੇ ਦੀ ਸਿੱਧੀ ਬਿਜਾਈ ਪਿੰਡ ਸਤੌਜ ਦੇ ਵਿੱਚ ਸ਼ੁਰੂ ਕੀਤੀ ਅਤੇ ਟੀਮ ਨੇ ਪਿੰਡ ਸਤੌਜ ਅਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਬਾਰੇ ਜਾਗਰੂਕ ਵੀ ਕੀਤਾ ਤੇ ਸਤੌਜ ਪਿੰਡ ਦੇ ਗੁਰਜੀਤ ਸਿੰਘ ਨੰਬਰਦਾਰ ਨੇ ਵੀ ਮੁੱਖ ਮੰਤਰੀ ਦੇ ਫੈਸਲੇ ਤੇ ਫੁੱਲ ਚੜਾਉਂਦਿਆਂ ਆਪਣੀ ਜ਼ਮੀਨ ਵਿੱਚ ਸਿੱਧੀ ਬਿਜਾਈ ਕਰਨ ਵਾਲੇ ਠੇਕੇਦਾਰ ਨੂੰ ਜ਼ਮੀਨ ਦੇ ਠੇਕੇ 'ਚੋਂ ਪ੍ਰਤੀ ਏਕੜ 1100 ਰੁਪਏ ਘੱਟ ਲੈਣ ਦਾ ਫੈਸਲਾ ਕੀਤਾ। ਇਸੇ ਤਰ੍ਹਾਂ ਸੰਗਰੂਰ ਦੇ ਪਿੰਡ ਭਰਾਜ ਦੇ ਵਿੱਚ ਜਿੱਥੋਂ ਦੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਹੈ ਉਸ ਪਿੰਡ ਦੇ ਵਿੱਚ ਵੀ ਖੇਤੀਬਾੜੀ ਵਿਭਾਗ ਸੰਗਰੂਰ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰਦਰਸ਼ਨੀ ਕੈਂਪ ਲਾਇਆ। ਵਿਧਾਇਕਾ ਭਰਾਜ ਨੇ ਖੁਦ ਟਰੈਕਟਰ ਚਲਾ ਕੇ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ ਹੈ ਅਤੇ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਦੀ ਅਪੀਲ ਵੀ ਕੀਤੀ ਹੈ। ਤੇ ਇੱਕ ਜਿਹੜਾ ਹੋਰ ਵੱਡਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸੀ ਕਿ ਐਤਕੀ ਪੰਜਾਬ ਸਰਕਾਰ ਦੇ ਵੱਲੋਂ ਮੂੰਗੀ ਦੀ ਫਸਲ ਤੇ ਵੀ MSP ਦਿੱਤੀ ਜਾਏਗੀ, ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਮੂੰਗੀ ਦੀ ਕਾਸ਼ਤ ਹੇਠ ਰਕਬਾ ਦੁੱਗਣਾ ਹੋ ਗਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਇਹ ਚੰਗੀ ਖਬਰ ਹੈ।
ਪੰਜਾਬ ਦੇ ਵਿੱਚ ਐਤਕੀ 97250 ਏਕੜ ਰਕਬੇ ਦੇ ਵਿੱਚ ਮੂੰਗੀ ਬੀਜੀ ਗਈ ਹੈ, ਜਦਕਿ ਪਿਛਲੇ ਸਾਲ ਇਹ ਰਕਬਾ 50000 ਏਕੜ ਸੀ। ਮਾਲਵਾ ਖਿੱਤੇ ਦੇ ਵਿੱਚ ਮੂੰਗੀ ਦੀ ਕਾਸ਼ਤ ਸਭ ਤੋਂ ਵੱਧ ਹੋਈ ਹੈ, ਖਾਸ ਕਰਕੇ ਆਲੂ ਵਾਲੀਆਂ ਜ਼ਮੀਨਾਂ ਦੇ ਵਿੱਚ ਐਤਕੀ ਮੂੰਗੀ ਬੀਜੀ ਗਈ ਹੈ। ਮੂੰਗੀ ਬੀਜਣ ਦੇ ਵਿੱਚ ਮਾਨਸਾ ਜ਼ਿਲ੍ਹਾ ਸਭ ਤੋਂ ਪਹਿਲੇ ਨੰਬਰ ਤੇ ਹੈ। ਰਾਮਪੁਰਾ ਫੂਲ ਦੇ ਬੀਜ ਵੇਚਣ ਵਾਲੇ ਕਾਰੋਬਾਰੀਆਂ ਨੇ ਕਿਹਾ ਹੈ ਕਿ ਐਤਕੀ ਮੂੰਗੀ ਬੀਜਣ ਨੂੰ ਲੈ ਕੇ ਕਿਸਾਨਾਂ 'ਚ ਕਾਫੀ ਉਤਸ਼ਾਹ ਹੈ ਤੇ ਮੂੰਗੀ ਦੀ ਵੇਚ ਵਟਤ ਜੇ ਠੀਕ ਰਹੀ ਐਤਕੀ ਤਾਂ ਅਗਲੇ ਸਾਲ ਰਕਬਾ ਹੋਰ ਵੀ ਵੱਧ ਜਾਵੇਗਾ, ਕਿਉਂਕਿ ਮੂੰਗੀ ਦੇ ਬੀਜ ਦੀ ਵਿਕਰੀ ਐਤਕੀ ਦੁੱਗਣੀ ਹੋਈ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਸੇਲਬਰਾ ਦੇ ਵਿੱਚ ਸੈਂਕੜੇ ਰਕਬਿਆਂ ਦੇ ਵਿੱਚ ਮੂੰਗੀ ਬੀਜੀ ਗਈ ਹੈ। ਮਾਨਸਾ ਜ਼ਿਲ੍ਹੇ ਦੇ ਵਿੱਚ 25000 ਏਕੜ ਰਕਬੇ ਦੇ ਵਿੱਚ ਮੂੰਗੀ ਐਤਕੀ ਬੀਜ ਦਿੱਤੀ ਗਈ ਹੈ, ਜੋ ਕਿ ਸੂਬੇ ਦਾ ਕੁੱਲ ਕਾਸ਼ਤ ਦਾ ਕਰੀਬ 25% ਬਣਦਾ ਹੈ। ਇਸੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਮੂੰਗੀ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦੇਗੀ, ਪਰ ਉਹਨਾਂ ਨੇ ਨਾਲ ਸ਼ਰਤ ਲਾਈ ਹੈ ਕਿ ਮੂੰਗੀ ਵੱਢਣ ਤੋਂ ਬਾਅਦ ਕਿਸਾਨਾਂ ਨੂੰ ਉਸੇ ਖੇਤ ਵਿੱਚ ਝੋਨੇ ਦੀ 126 ਕਿਸਮ ਜਾਂ ਫਿਰ ਬਾਸਮਤੀ ਦੀ ਬਿਜਾਈ ਕਰਨੀ ਪਵੇਗੀ, ਕਿਉਂਕਿ ਦੋਵੇਂ ਫਸਲਾਂ ਪੱਕਣ ਦੇ ਲਈ ਬਹੁਤ ਘੱਟ ਸਮਾਂ ਲੈਂਦੀਆਂ ਨੇ ਤੇ ਝੋਨੇ ਦੀਆਂ ਹੋਰਨਾਂ ਕਿਸਮਾਂ ਦੇ ਮੁਕਾਬਲੇ ਇਹਨਾਂ ਬੀਜਾਂ ਨੂੰ ਬਹੁਤ ਹੀ ਘੱਟ ਪਾਣੀ ਦੀ ਲੋੜ ਹੁੰਦੀ ਹੈ। ਕੁਝ ਸਿਆਸੀ ਜਾਣਕਾਰੀਆਂ ਵੀ ਤੁਹਾਨੂੰ ਦੇ ਦਿੰਨੇ ਆ। ਕਾਂਗਰਸ ਦੇ ਵਿੱਚ ਇੱਕ ਵਿਅਕਤੀ ਇੱਕ ਅਹੁਦਾ ਤੇ ਇੱਕ ਪਰਿਵਾਰ ਇੱਕ ਟਿਕਟ ਦਾ ਫਾਰਮੂਲਾ ਲਾਗੂ ਕਰ ਦਿੱਤਾ ਗਿਆ। ਕਾਂਗਰਸ ਪਾਰਟੀ ਦੇ ਵੱਲੋਂ ਉਦੈਪੁਰ ਦੇ ਵਿੱਚ ਚਿੰਤਨ ਸ਼ਿਵਰ ਕਰਵਾਇਆ ਜਾ ਰਿਹਾ ਸੀ, ਜਿਹੜਾ ਉਹ ਕੱਲ ਸਮਾਪਤ ਹੋ ਗਿਆ ਤੇ ਇਸ ਮੌਕੇ ਕਾਂਗਰਸ ਨੇ ਜਥੇਬੰਦਕ ਢਾਂਚੇ ਦੇ ਵਿੱਚ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਹੈ। ਉਹਨਾਂ ਨੇ ਇੱਕ ਵਿਅਕਤੀ ਇੱਕ ਅਹੁਦਾ ਤੇ ਇੱਕ ਪਰਿਵਾਰ ਇੱਕ ਟਿਕਟ ਦਾ ਫਾਰਮੂਲਾ ਲਾਗੂ ਕਰਨ ਦਾ ਐਲਾਨ ਕਰਦਿਆਂ ਇਹਦੇ ਨਾਲ ਸ਼ਰਤ ਵੀ ਦੱਸੀ ਕਿ ਪਰਿਵਾਰ ਦੇ ਕਿਸੇ ਦੂਸਰੇ ਮੈਂਬਰ ਨੂੰ ਟਿਕਟ ਤਾਂ ਹੀ ਮਿਲੂਗੀ ਜਦੋਂ ਉਸਨੇ ਜਥੇਬੰਦੀ ਲਈ ਘੱਟ ਤੋਂ ਘੱਟ 5 ਸਾਲ ਕੰਮ ਕੀਤਾ ਹੋਵੇ। ਉਦੈਪੁਰ ਐਲਾਨਨਾਮੇ ਦੇ ਵਿੱਚ 50 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਜਥੇਬੰਦੀ ਅਤੇ ਟਿਕਟਾਂ ਦੇ ਵਿੱਚ 50% ਦੀ ਹਿੱਸੇਦਾਰੀ ਦੇਣਾ ਵੀ ਸ਼ਾਮਲ ਹੈ ਤੇ ਕਾਂਗਰਸ ਨੇ 3 ਦਿਨਾਂ ਦੇ ਚਿੰਤਨ ਸ਼ਿਵਰ ਦੇ ਵਿੱਚ ਆਉਂਦੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੇ ਲਈ ਪਾਰਟੀ ਨੂੰ ਤਿਆਰ ਕਰਨ ਵਾਸਤੇ ਕਮਰ ਵੀ ਕੱਸ ਲਈ ਹੈ। ਸੋਨੀਆ ਗਾਂਧੀ ਨੇ ਐਲਾਨ ਕੀਤਾ ਕਿ ਜਥੇਬੰਦਕ ਸੁਧਾਰ ਸ਼ੁਰੂ ਕਰਨ ਦੇ ਲਈ ਟਾਸਕ ਫੋਰਸ ਬਣਾਈ ਜਾਵੇਗੀ। ਇਸ ਤੋਂ ਪਹਿਲਾਂ ਨਾਰਾਜ਼ ਧੜੇ ਦੇ 23 ਲੀਡਰਾਂ ਨੇ ਜਥੇਬੰਦਕ ਸੁਧਾਰਾਂ ਦੀ ਮੰਗ ਕੀਤੀ ਸੀ ਤੇ ਸੋਨੀਆ ਗਾਂਧੀ ਨੇ ਇਹ ਵੀ ਐਲਾਨ ਕੀਤਾ ਕਿ ਕਾਂਗਰਸ ਦੇ ਵੱਲੋਂ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ 2 ਅਕਤੂਬਰ ਨੂੰ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਜਾਏਗੀ। ਪਾਰਟੀ ਵੱਲੋਂ 15 ਜੂਨ ਤੋਂ ਜ਼ਿਲ੍ਹਾ ਪੱਧਰ ਤੇ ਜਨ ਜਾਗਰਣ ਯਾਤਰਾ ਵੀ ਸ਼ੁਰੂ ਕੀਤੀ ਜਾਏਗੀ। ਰਾਹੁਲ ਗਾਂਧੀ ਨੇ ਮੰਨਿਆ ਕਿ ਕਾਂਗਰਸ ਦਾ ਲੋਕਾਂ ਨਾਲ ਰਾਬਤਾ ਟੁੱਟ ਗਿਆ ਹੈ, ਇਸ ਕਰਕੇ ਉਹਨਾਂ ਐਲਾਨ ਕੀਤਾ ਕਿ ਜਿਹੜੀ ਯਾਤਰਾ ਮੁੜ ਸ਼ੁਰੂ ਕੀਤੀ ਜਾਣੀ ਹੈ ਉਹ ਲੋਕਾਂ ਦੇ ਨਾਲ ਮੁੜ ਤੋਂ ਸੰਪਰਕ ਬਹਾਲ ਕਰਨ ਦੇ ਲਈ ਕੀਤੀ ਜਾਣੀ ਹੈ। ਲੋਕ ਹੀ ਪਾਰਟੀ ਦੀ ਮਜ਼ਬੂਤੀ ਹੋਣਗੇ। ਉਧਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦਿੱਲੀ ਤੇ ਪੰਜਾਬ ਤੋਂ ਬਾਅਦ ਹੁਣ ਪੂਰੇ ਦੇਸ਼ ਦੇ ਵਿੱਚ ਆਪਣੇ ਪੈਰ ਪਸਾਰਨ ਦੇ ਪੂਰੇ ਯਤਨ ਕਰ ਰਹੇ ਨੇ। ਕੱਲ ਅਰਵਿੰਦ ਕੇਜਰੀਵਾਲ ਕੇਰਲਾ ਪਹੁੰਚੇ ਹੋਏ ਸੀ। ਇੱਥੇ ਇੱਕ ਨਵਾਂ ਪੋਲੀਟੀਕਲ ਫਰੰਟ ਐਲਾਨਿਆ ਗਿਆ ਹੈ, ਪੀਪਲਜ਼ ਵੈਲਫੇਅਰ ਅਲਾਇੰਸ, ਜਿਸ ਦਾ ਨਾਮ ਰੱਖਿਆ ਗਿਆ ਹੈ। ਇਹ ਗੱਠਜੋੜ ਆਮ ਆਦਮੀ ਪਾਰਟੀ ਅਤੇ 2020 ਨੇ ਮਿਲ ਕੇ ਬਣਾਇਆ ਹੈ। ਇਹ ਫਰੰਟ ਲੋਕਾਂ ਦੀ ਭਲਾਈ ਦੇ ਲਈ ਮਿਲ ਕੇ ਕੰਮ ਕਰੇਗਾ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕੇਰਲਾ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਆਮਦ ਮੌਕੇ ਕਿੰਨਾ ਵੱਡਾ ਇਕੱਠ ਜੁੜਿਆ ਹੈ। ਇਸ ਗੱਠਜੋੜ ਦਾ ਨਾਮ PWA ਯਾਨੀ ਕਿ ਪੀਪਲਜ਼ ਵੈਲਫੇਅਰ ਅਲਾਇੰਸ ਦਿੱਤਾ ਗਿਆ ਹੈ। ਇੱਕ ਹੋਰ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਕਾਮੇਡੀਅਨ ਭਾਰਤੀ ਸਿੰਘ, ਜਿਹੜੀ ਕਿ ਪੰਜਾਬ ਦੇ ਨਾਲ ਸੰਬੰਧਿਤ ਹੈ, ਉਸ ਦੀ ਇੱਕ ਵਿਵਾਦਿਤ ਟਿੱਪਣੀ ਕਾਰਨ ਸਿੱਖ ਭਾਈਚਾਰੇ ਦੇ ਵਿੱਚ ਰੋਸ ਲਗਾਤਾਰ ਬਣਿਆ ਹੋਇਆ ਹੈ। ਕਾਮੇਡੀਅਨ ਨੇ ਆਪਣੇ ਇੱਕ ਸ਼ੋਅ ਦੇ ਦਰਮਿਆਨ ਸਿੱਖਾਂ ਦੀ ਦਾੜੀ ਨੂੰ ਲੈ ਕੇ ਕੁਝ ਅਜੀਬ ਟਿੱਪਣੀਆਂ ਕੀਤੀਆਂ ਨੇ, ਜਿਸ ਤੋਂ ਬਾਅਦ ਭਾਰਤੀ ਸਿੰਘ ਨੂੰ ਲਗਾਤਾਰ ਸਿੱਖਾਂ ਦੇ ਵੱਲੋਂ, ਨੌਜਵਾਨਾਂ ਦੇ ਵੱਲੋਂ ਜਾਂ ਫਿਰ ਵੱਡਿਆਂ ਦੇ ਵੱਲੋਂ ਆਪੋ ਆਪਣੇ ਪੱਧਰ ਤੇ ਜਵਾਬ ਵੀ ਦਿੱਤੇ ਜਾ ਰਹੇ ਨੇ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਰਤੀ ਸਿੰਘ ਦੇ ਖਿਲਾਫ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਵੀ ਦੇਣਗੇ। ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਥੇਦਾਰ ਜਸਵੰਤ ਸਿੰਘ ਚੀਮਾ ਨੇ ਦੱਸਿਆ ਕਿ ਭਾਰਤੀ ਸਿੰਘ ਦੀਆਂ ਇਹਨਾਂ ਟਿੱਪਣੀਆਂ ਦੇ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਪੁਲਿਸ ਨੇ ਜੇ ਕਾਰਵਾਈ ਨਾ ਕੀਤੀ ਤਾਂ ਸੂਬੇ ਭਰ ਵਿੱਚ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਊਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਕੱਲ ਇੱਕ ਸਿਰਫਿਰੀ ਜਿਹਦਾ ਨਾਮ ਭਾਰਤੀ ਹੈ, ਮੈਂ ਸਮਝਦਾ ਉਹਨੇ ਐਸੀ ਘਟੀਆ ਹਰਕਤ ਕੀਤੀ ਹੈ ਜਿਨੇ ਸਿੱਖੀ ਸਰੂਪ ਤੇ ਬਹੁਤ ਵੱਡਾ ਅਟੈਕ ਕੀਤਾ, ਜਿਨੇ ਇੱਕ ਆਪਣੀ ਨਾਲ ਦੀ ਲੇਡੀ ਜੀ ਨੂੰ ਦੱਸ ਰਹੀ ਹੈ ਕਿ ਆ ਦਾੜੀ ਜਿਹੜੀ ਹੈ ਇਹ ਇਦਾਂ ਆ, ਇਹਦੇ ਵਿੱਚੋਂ ਇਦਾਂ ਦਾ ਸਵਾਦ ਆਉਂਦਾ, ਇਹ ਦਾੜੀ ਦੇ ਵਿੱਚ ਇਦਾਂ ਕੁਛ ਮੈਂ ਨਾ ਘਟੀਆ ਗੱਲਾਂ ਕਰਕੇ ਉਹਨੇ ਕੋਸ਼ਿਸ਼ ਕੀਤੀ ਹੈ ਕਿ ਸਿੱਖਾਂ ਨੂੰ ਕਿੱਦਾਂ ਨੀਵਾਂ ਵਿਖਾਇਆ ਜਾਵੇ। ਮੈਂ ਦੱਸਣਾ ਚਾਹੁੰਦਾ ਇਹ ਭਾਰਤੀ ਜਿਹੜੀ 2.5 ਕੁਇੰਟਲ ਦਾ ਵੇਟ ਆ, ਫਿਰ ਤੈਨੂੰ ਸ਼ਰਮ ਆਉਣੀ ਚਾਹੀਦੀ ਆ। ਤੂੰ ਉੱਥੇ ਭੁੜਕ ਕੇ ਗੱਲਾਂ ਕਰਦੀ ਆ, ਤੂੰ ਖਾਂਦੀ ਪੰਜਾਬ ਦਾ ਰਹੀ ਆ, ਪਰ ਤੈਨੂੰ ਪੰਜਾਬ ਦੇ ਇਤਿਹਾਸ ਬਾਰੇ ਬਿਲਕੁਲ ਜਾਣਕਾਰੀ ਹੈ ਨਹੀਂ। ਤੈਨੂੰ ਇਹ ਨਹੀਂ ਪਤਾ ਕਿ ਦਾੜੀ ਵਾਲਿਆਂ ਤੇ
ਇਹ ਦੁਨੀਆ ਕਿੰਨਾ ਭਰੋਸਾ ਕਰਦੀ ਆ। ਇਹ ਦਾੜੀ ਵਾਲਿਆਂ ਦੀ ਬਦੌਲਤ ਜਦੋਂ ਪਿੱਛੇ ਲਾਕਡਾਊਨ ਹੋਇਆ ਸੀ, ਉਸ ਲਾਕਡਾਊਨ ਦੇ ਵਿੱਚ ਜੇ ਕਿਸੇ ਨੇ ਸਭ ਤੋਂ ਵੱਧ ਦਵਾਈਆਂ, ਲੰਗਰ ਤੇ ਹੋਰ ਸੇਵਾ ਕੀਤੀ, ਉਹ ਇਹਨਾਂ ਦਾੜੀ ਵਾਲਿਆਂ ਨੇ ਕੀਤੀ ਸੀ। ਜਦੋਂ ਅਫਗਾਨੀ ਜਾਂ ਦਰਾਨੀ ਤੇ ਜਾਂ ਹੋਰ ਧਾੜਵੀ ਆਉਂਦੇ ਸੀ ਤੁਹਾਡੇ ਭਾਰਤ ਦੇ ਉੱਤੇ, ਜਦੋਂ ਤੁਹਾਡੇ ਵਰਗੀਆਂ ਉਹ ਚੁੱਕ ਕੇ ਲੈ ਜਾਂਦੇ ਸੀ ਤੇ ਉਦੋਂ ਇਹ ਦਾੜੀ ਵਾਲੇ ਛਡਾਉਂਦੇ ਸੀ। ਤੈਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਤੂੰ ਐਡਾ ਵੱਡਾ ਬਕਵਾਸ ਕਰ ਰਹੀ ਆ। ਤੈਨੂੰ ਬਿਲਕੁਲ ਬੋਲਣ ਲੱਗੇ ਸ਼ਰਮ ਹੀ ਹੈ ਨਹੀਂ। ਮੇਰੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹ ਚਵਲ ਜਿਹੜੀ ਭੌਂਕ ਰਹੀ ਆ ਸਿੱਖਾਂ ਬਾਰੇ, ਇਹਦੇ ਉੱਤੇ 295 ਏ ਦਾ ਪਰਚਾ ਦਰਜ ਹੋਣਾ ਚਾਹੀਦਾ। ਕੱਲ ਅਸੀਂ ਡੀਸੀ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਹਾਂ ਕਿ ਜਿਹਦੇ ਵਿੱਚ ਮੰਗ ਕਰਨ ਜਾ ਰਹੇ ਹਾਂ ਕਿ ਇਹ ਚਵਲ ਜਿਹੜੀ ਸਿੱਖਾਂ ਵਾਲੇ ਬਹੁਤ ਘਟੀਆ ਬਕਵਾਸ ਕੀਤੀ ਆ, ਇਹਦੇ ਤੇ 295 ਏ ਦਾ ਪਰਚਾ ਦਰਜ ਹੋਵੇ ਤਾਂ ਹੀ ਇਹਦਾ ਖੜਾ ਛੱਡਾਂਗੇ। ਨਹੀਂ ਤੇ ਅਸੀਂ ਚੇਤਾਵਨੀ ਦਿੰਦੇ ਆ ਕਿ ਬਹੁਤ ਸਖਤ ਐਕਸ਼ਨ ਲਵਾਂਗੇ ਜੇ ਪ੍ਰਸ਼ਾਸਨ ਨੇ ਇਹਦੇ ਤੇ 295 ਏ ਦਾ ਪਰਚਾ ਦਰਜ ਨਾ ਕੀਤਾ। ਸੋ ਸਾਨੂੰ ਉਮੀਦ ਆ ਕਿ ਸਾਡੀਆਂ ਭਾਵਨਾਵਾਂ ਨੂੰ ਇਹ ਚਵਲ ਨੇ ਠੇਸ ਪਹੁੰਚਾਈ ਆ ਤੇ ਇਹਦੇ ਤੇ ਜਿਹੜਾ ਪਰਚਾ ਉਹ ਦਰਜ ਕੀਤਾ ਜਾਣਾ ਚਾਹੀਦਾ। ਤਾਂ ਹੀ ਸਾਡੇ ਜਿਹੜੇ ਹਿਰਦੇ ਆ ਉਹ ਸ਼ਾਂਤ ਹੋ ਸਕਦੇ ਆ, ਤਾਂ ਹੀ ਅਸੀਂ ਚੈਨ ਨਾਲ ਬੈਠ ਸਕਦੇ ਹਾਂ। ਭਾਰਤੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ। ਹਾਲਾਂਕਿ ਉਸਨੇ ਆਪਣੀ ਪਛਾਣ ਬਣਾਉਣ ਦੇ ਲਈ ਕਾਫੀ ਸੰਘਰਸ਼ ਵੀ ਕੀਤਾ ਹੈ। ਕਾਮੇਡੀਅਨ ਨੂੰ ਜ਼ਰੂਰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਕਾਮੇਡੀ ਕਰਨਾ ਅਤੇ ਬਕਵਾਸ ਕਰਨਾ ਦੋ ਵੱਖੋ ਵੱਖਰੀਆਂ ਚੀਜ਼ਾਂ ਨੇ, ਜਾਂ ਕਹਿ ਸਕਦੇ ਹਾਂ ਕਿ ਮਜ਼ਾਕ ਕਰਨਾ ਤੇ ਮਜ਼ਾਕ ਉਡਾਉਣਾ ਇਹ ਦੋ ਵੱਖੋ ਵੱਖਰੀਆਂ ਚੀਜ਼ਾਂ ਨੇ। ਤੇ ਹਰ ਕਾਮੇਡੀਅਨ ਨੂੰ ਆਪਣੀ ਪੇਸ਼ਕਾਰੀ ਸਮੇਂ ਐਥਿਕਸ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਤੇ ਦਾਇਰੇ ਦੇ ਵਿੱਚ ਰਹਿ ਕੇ ਹੀ ਟਿੱਪਣੀ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਨੂੰ ਠੇਸ ਨਾ ਪਹੁੰਚੇ। ਪੰਜਾਬ ਦੀਆਂ ਖਾਸ ਖਬਰਾਂ ਦੀ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਬਰਾਂ। ਖਬਰ ਅਮਰੀਕਾ ਤੋਂ ਹੈ, ਜਿੱਥੋਂ ਨਿਤ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਤਾਜ਼ਾ ਨਿਊਯਾਰਕ ਦੇ ਵਿੱਚ ਬਫੈਲੋ ਸੁਪਰਮਾਰਕੀਟ ਦੇ ਵਿੱਚ ਇੱਕ ਨੌਜਵਾਨ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਦੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ, 3 ਲੋਕ ਗੰਭੀਰ ਜ਼ਖਮੀ ਨੇ। ਹਮਲੇ ਤੋਂ ਬਾਅਦ 18 ਸਾਲਾਂ ਦੇ ਸਨਕੀ ਨੌਜਵਾਨ ਨੇ ਆਤਮ ਸਮਰਪਣ ਵੀ ਕਰ ਦਿੱਤਾ। ਇਹ ਸ਼ੱਕੀ ਨੌਜਵਾਨ ਸ਼ਨੀਚਰਵਾਰ ਨੂੰ ਦੁਪਹਿਰੇ ਗੋਲੀਬਾਰੀ ਕਰਨ ਤੋਂ ਪਹਿਲਾਂ ਇੱਕ ਬਹੁਤ ਹੀ ਬਿਜ਼ੀ ਸੁਪਰਮਾਰਕੀਟ ਦੇ ਵਿੱਚ ਦਾਖਲ ਹੋਇਆ। ਪੁਲਿਸ ਦੇ ਮੁਤਾਬਿਕ ਉਸਨੇ ਹਮਲੇ ਨੂੰ ਲਾਈਵ ਸਟ੍ਰੀਮ ਕਰਨ ਦੇ ਲਈ ਇੱਕ ਕੈਮਰੇ ਦੀ ਵਰਤੋਂ ਵੀ ਕੀਤੀ। FBI ਨੇ ਗੋਲੀਬਾਰੀ ਦੀ ਘਟਨਾ ਨੂੰ ਅੱਤਵਾਦੀ ਘਟਨਾ ਦੱਸਿਆ ਹੈ। FBI ਨੇ ਕਿਹਾ ਕਿ ਅਸੀਂ ਇਸ ਘਟਨਾ ਦੀ ਜਾਂਚ ਦੋਵੇਂ ਪੱਖਾਂ ਤੋਂ ਕਰ ਰਹੇ ਹਾਂ, ਨਫ਼ਰਤੀ ਅਪਰਾਧ ਦੇ ਐਂਗਲ ਤੋਂ ਵੀ ਤੇ ਨਸਲੀ ਆਧਾਰ ਤੇ ਪ੍ਰੇਰਿਤ ਅੱਤਵਾਦੀ ਹਿੰਸਾ ਦੇ ਪੱਖ ਤੋਂ ਵੀ। ਬਫੇਲੋ ਦੇ ਪੁਲਿਸ ਕਮਿਸ਼ਨਰ ਜੋਸੇਫ ਗਰਾਮਾਗਲੀਆ ਨੇ ਕਿਹਾ ਕਿ 13 ਲੋਕਾਂ ਨੂੰ ਗੋਲੀ ਮਾਰੀ ਗਈ ਸੀ। ਜ਼ਿਆਦਾਤਰ ਪੀੜਤਾਂ ਦੇ ਵਿੱਚ ਅਫਰੀਕੀ ਮੂਲ ਦੇ ਅਮਰੀਕੀ ਲੋਕ ਸ਼ਾਮਲ ਨੇ। ਇਸ ਤੋਂ ਇਲਾਵਾ ਜ਼ਖਮੀ ਹੋਏ 3 ਲੋਕ ਸੁਪਰਮਾਰਕੀਟ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਨੇ। ਉਹਨਾਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਇੱਕ ਸੇਵਾ ਮੁਕਤ ਪੁਲਿਸ ਅਧਿਕਾਰੀ ਜੋ ਕਿ ਸੁਪਰਮਾਰਕੀਟ ਦੇ ਵਿੱਚ ਹੀ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਸੀ, ਉਸਨੇ ਹਮਲਾਵਰ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਗੋਲੀਬਾਰੀ ਦੌਰਾਨ ਉਸ ਸੁਰੱਖਿਆ ਗਾਰਡ ਦੀ ਹੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਦੇ ਕੋਲ ਹਾਈ ਪਾਵਰਡ ਰਾਈਫਲ ਸੀ। ਉਸਨੇ ਬਾਡੀ ਆਰਮਰ ਦੇ ਨਾਲ-ਨਾਲ ਹੈਲਮਟ ਵੀ ਪਹਿਨਿਆ ਹੋਇਆ ਸੀ ਤੇ ਨੌਜਵਾਨ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਤੋਂ ਬਾਅਦ ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ ਹੀ ਆਪਣਾ ਹਥਿਆਰ ਸਰੈਂਡਰ ਕਰ ਦਿੱਤਾ ਸੀ। ਏਰੀ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਜੌਨ ਫਲਿਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਤੇ ਅਦਾਲਤ ਦੇ ਵਿੱਚ ਪਹਿਲੀ ਡਿਗਰੀ ਦੇ ਕਤਲ ਦਾ ਇਲਜ਼ਾਮ ਲਾਇਆ ਗਿਆ ਹੈ ਤੇ ਹੁਣ ਹੋਰ ਵੀ ਅੱਗੇ ਇਲਜ਼ਾਮ ਲਾਏ ਜਾਣਗੇ ਜਿਵੇਂ-ਜਿਵੇਂ ਜਾਂਚ ਅੱਗੇ ਵਧੇਗੀ। ਪੰਜਾਬ ਦੇ ਡੇਰਾਬੱਸੀ ਦੇ ਪਿੰਡ ਸੁੰਦਰਾਂ ਦੀ ਸ਼ਾਮਲਾਟ ਜ਼ਮੀਨ 'ਚ ਅੱਗ ਲੱਗਣ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ਵਿੱਚ ਜਿੱਥੇ ਖੇਤ ਦੇ ਆਸੇ-ਪਾਸੇ ਬਣੀਆਂ ਸਾਰੀਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ, ਉੱਥੇ ਹੀ ਝੁੱਗੀਆਂ ਦੇ ਵਿੱਚ ਮੌਜੂਦ ਇੱਕ 1.5 ਸਾਲ ਦੀ ਬੱਚੀ ਵੀ ਜਿਉਂਦੀ ਸੜ ਗਈ। ਇਹ ਹਾਦਸਾ ਸ਼ਨੀਚਰਵਾਰ ਨੂੰ ਸ਼ਾਮ ਨੂੰ ਕਰੀਬ 5:30 ਵਜੇ ਵਾਪਰਿਆ। ਜਾਂਚ ਵਿੱਚ ਗੱਲ ਸਾਹਮਣੇ ਆਈ ਹੈ ਕਿ ਖੇਤਾਂ ਵਿੱਚ ਲੱਗੀ ਅੱਗ ਦੇ ਨਾਲ ਉੱਠੀ ਚੰਗਿਆੜੀ ਝੁੱਗੀਆਂ ਤੱਕ ਵੀ ਪਹੁੰਚ ਗਈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਡੇਰਾਬੱਸੀ, ਪੰਚਕੂਲਾ ਤੇ ਚੰਡੀਗੜ੍ਹ ਤੋਂ ਫਾਇਰ ਬ੍ਰਿਗੇਡ ਪਹੁੰਚਿਆ, ਜਿਨ੍ਹਾਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ, ਪਰ ਨਿੱਕੀ ਬੱਚੀ ਦੀ ਜਾਨ ਨਹੀਂ ਬਚ ਸਕੀ। ਅੱਗ ਬੁਝਣ ਤੋਂ ਬਾਅਦ ਹੀ ਪਤਾ ਲੱਗਿਆ ਕਿ ਇਸ ਅੱਗ ਦੇ ਵਿੱਚ 1.5 ਸਾਲ ਦੀ ਬੱਚੀ ਵੀ ਮੱਚ ਗਈ ਹੈ। ਪਿੰਡ ਦੇ ਇੱਕ ਕਿਸਾਨ ਨੇ ਆਪਣੀ ਕਣਕ ਦੀ ਫਸਲ ਵੱਢਣ ਤੋਂ ਬਾਅਦ ਨਾੜ ਨੂੰ ਅੱਗ ਲਾਈ ਸੀ। ਤਾਪਮਾਨ ਬਹੁਤ ਜ਼ਿਆਦਾ ਹੋਣ ਕਰਕੇ ਅੱਗ ਤੇਜ਼ੀ ਨਾਲ ਫੈਲ ਕੇ ਨੇੜੇ ਦੀਆਂ ਝੁੱਗੀਆਂ ਤੱਕ ਪਹੁੰਚ ਗਈ। ਝੁੱਗੀਆਂ ਇੱਥੇ ਦਰਿਆ ਦੇ ਕੰਢੇ ਪਿਛਲੇ 25 ਸਾਲਾਂ ਤੋਂ ਵਸੀਆਂ ਹੋਈਆਂ ਸੀ, ਜਿਨ੍ਹਾਂ ਵਿੱਚ ਪ੍ਰਵਾਸੀ ਲੋਕ ਹੀ ਰਹਿੰਦੇ ਸੀ। ਅੱਗ ਦੇ ਫੈਲਾਅ ਨੂੰ ਦੇਖਦੇ ਹੋਏ ਬਾਕੀ ਸਾਰੇ ਲੋਕ ਤਾਂ ਝੁੱਗੀਆਂ ਵਿੱਚੋਂ ਨਿਕਲ ਕੇ ਪਾਸੇ
ਚਲੇ ਗਏ, ਪਰ 1.5 ਸਾਲ ਦੀ ਬੱਚੀ ਡਰ ਕੇ ਉੱਥੇ ਹੀ ਆਪਣੀ ਝੁੱਗੀ ਵਿੱਚ ਪਏ ਮੰਜੇ ਦੇ ਪਾਵੇ ਨਾਲ ਚਿੰਬੜ ਗਈ। ਜਦੋਂ ਹਾਦਸਾ ਵਾਪਰਿਆ ਤਾਂ ਉਸਦੇ ਮਾਤਾ-ਪਿਤਾ ਕਿਸੇ ਕੰਮ ਲਈ ਬਾਹਰ ਗਏ ਹੋਏ ਸੀ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਨਿਖੇਧੀ ਕੀਤੀ ਜਾ ਰਹੀ ਹੈ। ਕਿਸਾਨ ਜੋ ਨਾੜ ਨੂੰ ਅੱਗ ਲਾਉਂਦੇ ਨੇ ਉਸ ਦੇ ਲਈ ਕਿਸਾਨਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਤੇ ਨਾਲ ਹੀ ਨਾਲ ਸਰਕਾਰ ਨੂੰ ਵੀ ਜ਼ਿੰਮੇਦਾਰ ਦੱਸਿਆ ਜਾ ਰਿਹਾ ਹੈ, ਕਿਉਂਕਿ ਕਿਸਾਨ ਨਾੜ ਨੂੰ ਅੱਗ ਲਾਉਣ ਦੇ ਪਿੱਛੇ ਆਪਣੀ ਮਜਬੂਰੀ ਦੱਸਦੇ ਨੇ ਕਿ ਜੇ ਸਰਕਾਰ ਸਾਨੂੰ ਸਬਸਿਡੀ ਦੇਵੇ ਤਾਂ ਕੋਈ ਵੀ ਕਿਸਾਨ ਕਦੇ ਵੀ ਨਾੜ ਨੂੰ ਅੱਗ ਨਾ ਲਾਵੇ ਤੇ ਅਜਿਹੇ ਹਾਦਸੇ ਨਾ ਵਾਪਰਨ। ਕੁਝ ਲੋਕਾਂ ਦੇ ਵੱਲੋਂ ਉਕਤ ਕਿਸਾਨ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਦਿੱਲੀ ਦੇ ਮੁੰਡਕਾ ਅਗਨੀਕਾਂਡ ਨਾਲ ਜੁੜੀ ਹੋਈ ਖਬਰ ਹੈ। ਦਿੱਲੀ ਪੁਲਿਸ ਨੇ ਇਮਾਰਤ ਦੇ ਮਾਲਕ ਮਨੀਸ਼ ਲਾਕੜਾ ਨੂੰ ਗ੍ਰਿਫਤਾਰ ਕਰ ਲਿਆ। ਇਮਾਰਤ ਵਿੱਚ ਅੱਗ ਲੱਗਣ ਕਾਰਨ ਕੁੱਲ 17 ਜਣੇ ਮਾਰੇ ਗਏ ਸਨ ਤੇ ਹਾਲੇ ਵੀ ਅਜਿਹੇ 30 ਨਾਮ ਨੇ ਜਿਹੜੇ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਲਾਪਤਾ ਨੇ। ਇਹਨਾਂ ਲਾਪਤਾ ਨਾਵਾਂ ਦੀ ਸੂਚੀ ਦਿੱਲੀ ਦੇ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ਦੇ ਹੈਲਪ ਡੈਸਕ ਤੇ ਰੱਖੀ ਹੋਈ ਹੈ। ਇਹਨਾਂ 30 ਜਣਿਆਂ ਦੇ ਵਿੱਚ 25 ਔਰਤਾਂ ਸ਼ਾਮਲ ਨੇ ਤੇ 5 ਪੁਰਸ਼। ਇਹ ਸਾਰੇ ਲਾਪਤਾ ਲੋਕ ਮੁੰਡਕਾ ਦੀ ਉਸੇ ਬਿਲਡਿੰਗ ਦੇ ਵਿੱਚ ਕੰਮ ਕਰਦੇ ਸੀ ਜਿੱਥੇ ਸ਼ੁੱਕਰਵਾਰ ਸ਼ਾਮ ਨੂੰ ਕਰੀਬ 5 ਵਜੇ ਅੱਗ ਲੱਗੀ ਸੀ ਤੇ ਜਿਹੜੇ 27 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਉਹਨਾਂ ਦੀਆਂ ਮ੍ਰਿਤਕ ਦੇਹਾਂ ਵੀ ਮੁਰਦਾ ਘਰ ਦੇ ਵਿੱਚ ਰੱਖੀਆਂ ਹੋਈਆਂ ਨੇ, ਪਰ ਲਾਸ਼ਾਂ ਅੱਗ ਦੇ ਨਾਲ ਇੰਨੀਆਂ ਗਲ ਸੜ ਚੁੱਕੀਆਂ ਨੇ ਕਿ ਹਾਲੇ ਕਿਸੇ ਦੀ ਵੀ ਪਛਾਣ ਨਹੀਂ ਹੋ ਸਕੀ। ਮੋਹਾਲੀ ਦੇ ਵਿੱਚ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਦੇ ਮੁੱਖ ਦਫ਼ਤਰ ਤੇ ਪਿਛਲੇ ਦਿਨੀ ਹੋਏ ਰਾਕੇਟ ਲਾਂਚਰ ਹਮਲੇ ਦਾ ਮਾਮਲਾ ਹਾਲੇ ਠੰਡਾ ਨਹੀਂ ਪਿਆ ਕਿ ਐਤਵਾਰ ਬਾਅਦ ਦੁਪਹਿਰ ਨੂੰ ਮੋਹਾਲੀ ਪੁਲਿਸ ਨੂੰ ਇੱਕ ਨਾਕੇ ਤੇ ਚੈਕਿੰਗ ਦੌਰਾਨ ਭਾਰੀ ਮਾਤਰਾ ਦੇ ਵਿੱਚ ਅਸਲਾ ਮਿਲਣ ਕਾਰਨ ਭਾਜੜਾਂ ਪੈ ਗਈਆਂ। ਪਰ ਦਿਲਚਸਪ ਗੱਲ ਇਹ ਨਿਕਲੀ ਹੈ ਕਿ ਇਹ ਅਸਲਾ ਅਸਲੀ ਨਹੀਂ ਬਲਕਿ ਨਕਲੀ ਸੀ। ਅਸਲੇ ਦੇ ਨਾਲ 3 ਬੈਗ ਭਰੇ ਹੋਏ ਸੀ ਜਿਨ੍ਹਾਂ ਦੇ ਵਿੱਚ AK-47 ਰਾਈਫਲਾਂ ਵੀ ਸ਼ਾਮਲ ਸਨ। ਵਾਹਨ ਤੇ ਅਸਲੇ ਵਾਲੇ ਬੈਗਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਮਟੌਰ ਥਾਣਾ ਦੇ SHO ਨਵੀਨਪਾਲ ਸਿੰਘ ਲਹਿਲ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਸੂਤਰ ਦੱਸਦੇ ਨੇ ਕਿ ਨਾਕੇ ਤੇ ਮਿਲਿਆ ਅਸਲਾ ਨਕਲੀ ਹੈ। ਇੱਕ ਵੈਬ ਸੀਰੀਅਲ ਦੀ ਸ਼ੂਟਿੰਗ ਦੇ ਲਈ ਇਹ ਨਕਲੀ ਹਥਿਆਰ ਲਿਜਾਏ ਜਾ ਰਹੇ ਸੀ। ਫਿਰ ਵੀ ਪੁਲਿਸ ਨੇ ਆਪਣੀ ਤਸੱਲੀ ਦੇ ਲਈ ਬਰਾਮਦ ਅਸਲੇ ਨੂੰ ਜਾਂਚ ਲਈ ਭੇਜ ਦਿੱਤਾ। ਪੰਜਾਬ ਦੀ ਨਵੀਂ ਸਰਕਾਰ ਦੇ ਵੱਲੋਂ ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਸਿਆਸੀ ਹੰਗਾਮਾ ਮਚਿਆ ਹੋਇਆ ਹੈ। ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ 40-50 ਗਨਮੈਨ ਲੈ ਕੇ ਦੂਸਰਿਆਂ ਨੂੰ ਤੂੰ ਤੜਕ ਕਰਕੇ ਬੋਲਣ ਨੂੰ ਲੈ ਕੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਘੇਰ ਲਿਆ, ਜਿਸ ਤੋਂ ਬਾਅਦ ਵਿਧਾਇਕ ਸੁਖਪਾਲ ਖਹਿਰਾ ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਛੋਟੇ ਤੇ ਬੇਜ਼ਮੀਨੇ ਕਿਸਾਨਾਂ ਤੋਂ ਕਬਜ਼ੇ ਛੁਡਾ ਰਹੀ ਹੈ। ਖਹਿਰਾ ਨੇ ਚੈਲੰਜ ਕੀਤਾ ਕਿ ਸਰਕਾਰ ਦੇ ਵਿੱਚ ਜੇ ਹਿੰਮਤ ਹੈ ਤਾਂ ਮੁਹਾਲੀ 'ਚ ਕਾਰਵਾਈ ਕਰੇ ਤੇ ਵੱਡੇ ਅਫਸਰਾਂ ਤੇ ਸਿਆਸਤਦਾਨਾਂ ਤੋਂ ਜ਼ਮੀਨ ਦੇ ਨਾਜਾਇਜ਼ ਕਬਜ਼ੇ ਛੁਡਾ ਕੇ ਦਿਖਾਏ ਤੇ ਖਹਿਰਾ ਨੇ ਪੀੜਤਾਂ ਨੂੰ ਮੁਹਾਲੀ ਦੇ ਵਿੱਚ ਇਕੱਠੇ ਹੋਣ ਦੇ ਲਈ ਵੀ ਕਿਹਾ। ਖਹਿਰਾ ਨੇ ਵੀਡੀਓ ਸਾਂਝੀ ਕੀਤੀ ਹੈ ਬਾਕਾਇਦਾ, ਜਿਸ ਦੇ ਵਿੱਚ ਉਹ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਧਾਲੀਵਾਲ ਜੀ 40-50 ਗਨਮੈਨਾਂ ਦਾ ਸਹਾਰਾ ਲੈ ਕੇ ਤੁਸੀਂ ਹੁਣ ਤੂੰ ਤੜਕ ਤੇ ਉੱਤਰ ਆਏ ਹੋ। ਇਸ ਭਾਸ਼ਾ ਦਾ ਮੂੰਹ ਤੋੜ ਜਵਾਬ ਦੇਣਾ ਮੈਨੂੰ ਚੰਗੀ ਤਰ੍ਹਾਂ ਆਉਂਦਾ ਹੈ। ਜੇ ਤੁਹਾਡੇ ਵਿੱਚ ਜ਼ਰੂਰਤ ਹੈ ਤਾਂ 1-2 ਕਿੱਲਿਆਂ ਵਾਲੇ ਗਰੀਬ ਕਿਸਾਨਾਂ ਦੀ ਥਾਂ ਤਾਕਤਵਰ ਸਿਆਸਤਦਾਨਾਂ ਤੇ ਵੱਡੇ ਅਫਸਰਾਂ ਦੇ ਕੋਲੋਂ ਹਜ਼ਾਰਾਂ ਕਿੱਲੇ ਖਾਲੀ ਕਰਵਾ ਕੇ ਦਿਖਾਓ। ਨਾਮਾਂ ਸਮੇਤ ਜਿਹੜੇ ਦੁਬਾਰਾ ਪੁੱਛਦਾ ਨਾ ਕਿ ਨਾਮ ਲਵੇ ਖਹਿਰਾ, ਉਹਦੇ ਚ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਆ, ਉਹਦੇ ਚ ਬਾਦਲ ਪਰਿਵਾਰ ਦਾ ਨਾਮ ਆ, ਉਹਦੇ ਸੁਮੇਧ ਸੈਣੀ ਦੇ ਸਾਬਕਾ DGP ਅਤੇ ਅਨੇਕਾਂ ਵੱਡੇ ਅਫਸਰਾਂ ਦਾ। ਕੋਈ ਅਫਸਰ ਨਹੀਂ ਹੋਣਾ ਚੰਡੀਗੜ੍ਹ ਜਿਹੜਾ ਇਸ ਵੇਲੇ ਇਹਨਾਂ ਦੀ ਸਰਕਾਰ ਵਿੱਚ ਤਾਇਨਾਤ ਨੇ, ਜਿਨ੍ਹਾਂ ਦੀਆਂ ਉੱਥੇ ਮੋਹਾਲੀ ਜ਼ਿਲ੍ਹੇ ਵਿੱਚ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਗੈਰ ਕਾਨੂੰਨੀ ਕਬਜ਼ੇ ਨੇ। ਮੈਂ ਇਹਨੂੰ ਇਹ ਕਹਿ ਰਿਹਾ ਸੀਗਾ ਕਿ ਵੱਡਿਆਂ ਬੰਦਿਆਂ ਤੋਂ ਪਹਿਲਾਂ ਜ਼ਮੀਨਾਂ ਛਡਾਓ। ਜਸਟਿਸ ਕੁਲਦੀਪ ਸਿੰਘ ਕਮਿਸ਼ਨ ਰਿਪੋਰਟ ਨੂੰ ਆਧਾਰ ਬਣਾ ਕੇ ਇੱਕ ਨੀਤੀ ਦੇ ਤਹਿਤ, ਬਜਾਏ ਕਿ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ 100-100 200 ਪੁਲਿਸ ਵਾਲੇ ਲੈ ਕੇ ਤੇ ਛੋਟੇ-ਛੋਟੇ 1-2 ਕਿੱਲਿਆਂ ਦੇ ਬੇਜ਼ਮੀਨੇ ਕਿਸਾਨਾਂ ਨੂੰ ਅਪਰੂਵ ਕਰ ਰਹੇ, ਜਿਹਦੇ ਵਿੱਚ ਬਹੁਤ ਸਾਰੇ ਦਲਿਤ ਪਰਿਵਾਰ ਨੇ, ਉਹਦੇ ਚ ਕਿੰਨਾ ਕੁ ਵੱਡਾ ਲਾਭ ਹੋ ਰਿਹਾ ਵਾ। ਔਰ ਕੁਲਦੀਪ ਸਿੰਘ ਥੋੜੀ ਜਿਹੀ ਝਾਤ ਮਾਰ ਅੰਦਰ ਆਪਣੇ ਆਪ 'ਚ, ਦੂਸਰੇ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਅੰਦਰ ਥੋੜਾ ਜਿਹਾ ਨਿਗਾਹ ਮਾਰੋ। ਅਗਰ ਤੁਹਾਨੂੰ ਲੱਗਦਾ ਕਿ ਤੁਹਾਡੀ ਇਸ ਬਦਕਲਾਮੀ ਨਾਲ ਤੇ ਇਸ ਗੰਦੀ ਜ਼ੁਬਾਨ ਨਾਲ ਮੈਂ ਕੋਈ ਡਰ ਕੇ ਤੇ ਮੈਂ ਆਪਣਾ ਪ੍ਰੋਗਰਾਮ ਹਟਾ ਦੂੰਗਾ, ਗਲਤਫਹਿਮੀ ਤਾਂ ਮੇਰੀ ਫਿਰ ਦੁਬਾਰਾ ਸਾਰੇ ਛੋਟੇ ਕਿਸਾਨਾਂ ਨੂੰ ਕਾਲ ਆ ਕਿ ਜਿਹੜੇ ਲੋਕਾਂ ਦੇ ਨਾਲ ਜ਼ਿਆਦਤੀ ਹੋ ਰਹੀ, ਧੱਕਾ ਹੋ ਰਿਹਾ, 22 ਤਰੀਕ ਨੂੰ ਅਗਲੇ ਐਤਵਾਰ, ਅੱਜ ਵੀ ਐਤਵਾਰ ਹੈ, ਅਗਲੇ ਐਤਵਾਰ 22 ਤਰੀਕ ਨੂੰ 11:30 ਵਜੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਪਹੁੰਚੋ ਮੁਹਾਲੀ। ਮੈਂ ਤੁਹਾਡੀ ਮਦਦ ਕਰੂੰਗਾ। ਜ਼ੁਬਾਨ ਬਹੁਤ ਇੰਪੋਰਟੈਂਟ ਹੈ ਕੁਲਦੀਪ, ਕੋਈ ਨੁਕਸ ਤਾਂ ਨਹੀਂ ਹੈ ਤੁਹਾਡੀ ਜ਼ੁਬਾਨ ਦੇ ਵਿੱਚ। ਕੰਟਰੋਲ ਯੋਰ ਟੰਗ ਪਲੀਜ਼। ਉਧਰ ਖਹਿਰਾ ਦੇ ਚੈਲੰਜ ਨੂੰ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਚੁਣੌਤੀ ਦੇ ਦਿੱਤੀ ਹੈ। ਧਾਲੀਵਾਲ ਨੇ ਕਿਹਾ ਕਿ ਖਹਿਰਾ ਮੁਹਾਲੀ ਵਿੱਚ ਕਬਜ਼ਾ ਕਰਨ ਵਾਲਿਆਂ ਦੇ ਨਾਂ ਤਾਂ ਦੱਸਣ। ਕਹਿੰਦੇ ਜਦੋਂ ਨਾਂ ਦੱਸਣਗੇ ਤਾਂ ਇਹਨਾਂ ਵਿੱਚ ਸਾਰਿਆਂ ਤੋਂ ਵੱਧ ਕਾਂਗਰਸੀ ਹੀ ਹੋਣਗੇ ਤੇ ਨਾਲ ਹੀ ਉਹਨਾਂ ਚੈਲੰਜ ਕੀਤਾ ਕਿ ਖਹਿਰਾ ਇੱਕ ਵੀ ਜ਼ਮੀਨ ਅਜਿਹੀ ਦੱਸਣ ਜਿੱਥੇ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਨੇ ਕਬਜ਼ਾ ਕੀਤਾ ਹੋਵੇ। ਧਾਲੀਵਾਲ ਨੇ ਦਾਅਵਾ ਕੀਤਾ ਕਿ ਮੁਹਾਲੀ ਵਿੱਚ ਕਾਂਗਰਸੀਆਂ ਨੇ ਹੀ ਕਬਜ਼ਾ ਕੀਤਾ ਹੈ, ਜਲਦੀ ਉਹਨਾਂ ਦੇ ਨਾਂ ਵੀ ਸਾਹਮਣੇ ਆਉਣਗੇ। ਧਾਲੀਵਾਲ ਦੇ ਇਸ ਚੈਲੰਜ ਦਾ ਮੁੜ ਤੋਂ ਖਹਿਰਾ ਨੇ ਜਵਾਬ ਦਿੱਤਾ, ਕਿਹਾ ਕਿ ਮੰਤਰੀ ਧਾਲੀਵਾਲ ਇਸ ਲਈ ਤਿਲਮਿਲਾ ਰਹੇ ਨੇ
ਨੇ, ਕਿਉਂਕਿ ਉਹਨਾਂ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਹੇਠ ਕਮਿਸ਼ਨ ਬਣਾਇਆ ਸੀ। ਇਸ ਦੀ ਸਬ ਕਮੇਟੀ ਏਡੀਜੀਪੀ ਚੰਦਰ ਸ਼ੇਖਰ ਦੀ ਅਗਵਾਈ ਵਿੱਚ ਬਣਾਈ ਗਈ ਸੀ ਤੇ ਉਹਨਾਂ ਨੇ ਮੋਹਾਲੀ ਵਿੱਚ 50,000 ਏਕੜ ਜ਼ਮੀਨ ਤੇ ਕਬਜ਼ੇ ਬਾਰੇ ਦੱਸਿਆ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ, ਸਾਬਕਾ ਡੀਜੀਪੀ ਸੁਮੇਧ ਸੈਣੀ ਸਮੇਤ ਕਈ ਲੋਕਾਂ ਦੇ ਨਾਮ ਸ਼ਾਮਿਲ ਨੇ। ਯਾਨੀ ਕਿ ਖਹਿਰਾ ਤਾਂ ਖੁਦ ਆਪਣੇ ਮੂੰਹੋਂ ਕਹਿ ਚੁੱਕੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਵੱਡੇ ਲੀਡਰਾਂ ਦੇ ਨਾਮ ਉਹਨਾਂ ਨਜਾਇਜ਼ ਜ਼ਮੀਨਾਂ ਦੇ ਕਬਜ਼ੇ ਦੇ ਵਿੱਚ ਸ਼ਾਮਿਲ ਨੇ। ਤਾਂ ਫਿਰ ਧਾਲੀਵਾਲ ਦਾ ਅਜਿਹਾ ਚੈਲੰਜ ਕਰਨ ਦਾ ਮਤਲਬ ਨਹੀਂ ਬਣਦਾ। ਪੰਜਾਬ ਕਾਂਗਰਸ ਦਾ ਪਿਛਲੇ ਕਈ ਮਹੀਨਿਆਂ ਤੋਂ ਨਾ ਤਾਂ ਕਲੇਸ਼ ਟਲਿਆ ਤੇ ਨਾ ਹੀ ਸੰਕਟ ਟਲਿਆ। ਨਵਾਂ ਸੰਕਟ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਪੈਦਾ ਹੋਇਆ, ਕਿਉਂਕਿ ਬੜੀ ਅਹਿਮ ਗੱਲ ਹੈ ਕਿ ਰਾਜਸਥਾਨ ਦੇ ਉਦੈਪੁਰ ਦੇ ਵਿੱਚ ਕਾਂਗਰਸ ਦਾ ਚਿੰਤਨ ਸ਼ਿਵਰ ਚੱਲ ਰਿਹਾ ਹੈ, ਜਿਸ ਦੇ ਵਿੱਚ ਪੂਰੇ ਦੇਸ਼ ਤੋਂ ਕਾਂਗਰਸੀ ਲੀਡਰ ਪਹੁੰਚੇ ਹੋਏ ਨੇ। ਪਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਗਾਇਬ ਨੇ ਤੇ ਸਾਬਕਾ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਗਾਇਬ ਨੇ। ਹਾਲਾਂਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਪੰਜਾਬ ਤੋਂ ਪਹੁੰਚੇ ਹੋਏ ਨੇ। ਸੁਨੀਲ ਜਾਖੜ ਵੱਲੋਂ ਕਾਂਗਰਸ ਪਾਰਟੀ ਛੱਡਣ ਵੇਲੇ ਕਾਂਗਰਸ ਦੇ ਜਿਹੜੇ ਵੱਡੇ ਲੀਡਰਾਂ ਦੇ ਉੱਤੇ ਪਾਰਟੀ ਨੂੰ ਖੇਰੂ ਕਰਨ ਦੇ ਇਲਜ਼ਾਮ ਲਾਏ ਗਏ ਨੇ, ਉਸ ਤੋਂ ਬਾਅਦ ਕਾਂਗਰਸ ਦੇ ਵੱਡੇ ਲੀਡਰ ਵੀ ਤਿਲਮਿਲਾ ਉੱਠੇ ਨੇ। ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਹੁਤ ਹੀ ਅਫਸੋਸਜਨਕ ਹੈ ਕਿ ਜਾਖੜ ਪਾਰਟੀ ਦੇ ਉੱਤੇ ਇੰਨੇ ਘਟੀਆ ਇਲਜ਼ਾਮ ਲਾ ਰਹੇ ਨੇ, ਜਦਕਿ ਕਾਂਗਰਸ ਪਾਰਟੀ ਨੇ ਉਹਨਾਂ ਦੇ ਲਈ ਬਹੁਤ ਕੁਝ ਕੀਤਾ ਹੈ। ਕਹਿੰਦੇ ਜਾਖੜ ਨੂੰ ਤਾਂ ਕਾਂਗਰਸ ਪਾਰਟੀ ਦਾ ਧੰਨਵਾਦੀ ਹੋਣਾ ਚਾਹੀਦਾ ਸੀ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਕੇਸ਼ ਟਿਕੈਤ ਦੀ ਜਥੇਬੰਦੀ ਦੁਫਾੜ ਹੋ ਗਈ ਹੈ। ਇਸ ਜਥੇਬੰਦੀ ਦਾ ਨਾਮ ਭਾਰਤੀ ਕਿਸਾਨ ਯੂਨੀਅਨ ਹੀ ਹੈ। ਰਾਕੇਸ਼ ਟਿਕੈਤ ਦੇ ਪਿਤਾ ਨਰੇਸ਼ ਟਿਕੈਤ ਇਸ ਜਥੇਬੰਦੀ ਦੇ ਸਰਪ੍ਰਸਤ ਸਨ। ਪਾਰਟੀ ਦੇ ਹੀ ਇੱਕ ਕਿਸਾਨ ਲੀਡਰ ਰਾਜੇਸ਼ ਚੌਹਾਨ ਨੇ ਹੁਣ ਵੱਖਰਾ ਧੜਾ ਬਣਾ ਲਿਆ। ਰਾਕੇਸ਼ ਟਿਕੈਤ ਤੇ ਸਿਆਸੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਲੱਗੇ ਸਨ। ਜ਼ਿਆਦਾਤਰ ਕਿਸਾਨ ਨਾਰਾਜ਼ ਸਨ, ਇਸ ਕਰਕੇ ਇਸ ਜਥੇਬੰਦੀ ਦੇ ਵੱਡੀ ਗਿਣਤੀ ਵਿੱਚ ਕਿਸਾਨ ਹੁਣ ਰਾਜੇਸ਼ ਚੌਹਾਨ ਦੇ ਨਾਲ ਚਲੇ ਗਏ ਨੇ। ਇਸ ਦਰਮਿਆਨ ਮੀਡੀਆ ਦੇ ਵਿੱਚ ਇਸ ਖਬਰ ਨੂੰ ਬਹੁਤ ਹੀ ਵੱਡਾ ਬਣਾ ਕੇ ਪੇਸ਼ ਕੀਤਾ ਗਿਆ। ਕਿਸੇ ਨੇ ਤਾਂ ਇਹ ਵੀ ਚਲਾ ਦਿੱਤਾ ਕਿ ਰਾਕੇਸ਼ ਟਿਕੈਤ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ ਤੇ ਰਾਕੇਸ਼ ਟਿਕੈਤ ਨੇ ਇਸ ਸਾਰੀ ਜਾਣਕਾਰੀ ਖੁਦ ਆਪਣੇ ਫੇਸਬੁੱਕ पेज पे लाइव होके देती है। हमारा रजिस्ट्रेशन है भारतीय किसान यूनियन और हमारे बायलॉज में अराजनीतिक का मतलब है कि हम चुनाव नहीं लड़ेंगे और जिन लोगों को भी अलग जाना है वो भारतीय किसान यूनियन के आगे कोई न कोई चीज लगाएगा, जिसको लगानी है वो लगाकर भारतीय किसान यूनियन से अलग जा सकता है। वो सब उनका राइट है। कोई भी आदमी भारतीय किसान यूनियन नहीं लिख सकता। खाली किसी को जाना होगा तो उसके आगे कोई न कोई चीज लगा के जाएगा और वो जाए अपना नया रजिस्ट्रेशन करवाए जाए। ਤਲਵੰਡੀ ਸਾਬੋ ਦੇ ਪਿੰਡ ਨਗਲਾ ਦੇ ਕਰਜ਼ਈ ਨੌਜਵਾਨ ਕਿਸਾਨ ਸਤਨਾਮ ਸਿੰਘ ਨੇ ਆਪਣੇ ਖੇਤ ਵਿੱਚ ਹੀ ਰੁੱਖ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। BKU ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਆਗੂ ਜੋਧਾ ਸਿੰਘ ਨਗਲਾ ਨੇ ਦੱਸਿਆ ਕਿ 28 ਸਾਲ ਦੇ ਨੌਜਵਾਨ ਕਿਸਾਨ ਸਤਨਾਮ ਸਿੰਘ ਦੇ ਪਰਿਵਾਰ ਸਿਰ ਬੈਂਕਾਂ ਤੇ ਆੜਤੀਆਂ ਦਾ 8 ਲੱਖ ਦੇ ਕਰੀਬ ਕਰਜ਼ਾ ਸੀ। ਪਿਛਲੀ ਨਰਮੇ ਦੀ ਫਸਲ ਵੀ ਖਰਾਬ ਹੋ ਗਈ, ਉਸ ਦਾ ਮੁਆਵਜ਼ਾ ਵੀ ਨਹੀਂ ਮਿਲਿਆ ਤੇ ਕਣਕ ਦਾ ਝਾੜ ਵੀ ਘੱਟ ਨਿਕਲਿਆ। ਇਸ ਕਰਕੇ ਪਰੇਸ਼ਾਨ ਰਹਿੰਦਾ ਸੀ ਤੇ ਉਸਨੇ ਆਖਿਰਕਾਰ ਮੌਤ ਨੂੰ ਚੁਣ ਲਿਆ। ਪੰਜਾਬ ਪੁਲਿਸ ਨੇ 12ਵੀਂ ਜਮਾਤ ਦੀਆਂ 3 ਕਿਤਾਬਾਂ ਦੇ ਵਿੱਚ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਇਲਜ਼ਾਮਾਂ ਤਹਿਤ 3 ਲੇਖਕਾਂ ਖਿਲਾਫ ਪਰਚਾ ਦਰਜ ਕੀਤਾ ਹੈ। ਇਹ ਪਰਚਾ ਮੋਹਾਲੀ ਦੇ ਫੇਸ 4 ਦੇ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕੀਤਾ ਗਿਆ ਹੈ। ਪੰਜਾਬ ਦੇ ਇਤਿਹਾਸ ਦੇ ਆਧੁਨਿਕ ABC ਕਿਤਾਬਾਂ ਦੇ ਲੇਖਕ ਮਨਜੀਤ ਸਿੰਘ ਸੋਢੀ, ਲੇਖਿਕਾ ਮਹਿੰਦਰਪਾਲ ਕੌਰ ਤੇ ਇਤਿਹਾਸ ਪੰਜਾਬ ਦੇ ਲੇਖਕ MS ਮਾਨ ਦੇ ਖਿਲਾਫ ਇਹ ਪਰਚਾ ਦਰਜ ਹੋਇਆ ਹੈ ਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਹੋਈ ਇਹ ਕਾਰਵਾਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਧਰਨੇ ਤੇ ਬੈਠੇ ਲੋਕਾਂ ਦੇ ਲਈ ਇੱਕ ਵੱਡੀ ਜਿੱਤ ਹੈ। ਇਸ ਧਰਨੇ ਦੀ ਅਗਵਾਈ ਕਰ ਰਹੇ ਬਲਦੇਵ ਸਿੰਘ ਸਿਰਸਾ ਨੇ ਜੰਗ ਲੜਨ ਵਾਲੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਹੈ। ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ 3 ਕਿਤਾਬਾਂ ਨੂੰ ਬੈਨ ਕਰ ਦਿੱਤਾ ਸੀ। ਇਹ ਕਿਤਾਬਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਇਤਿਹਾਸ ਦੀਆਂ ਕਿਤਾਬਾਂ ਸਨ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।